ਹਕੂਮਤ ਇਹ ਚਾਹੁੰਦੀ ਹੈ ਨੌਜਵਾਨੋ ਵੀ ਅਸੀਂ ਪਹਿਲਾਂ ਤੇ ਸਿਰ ਮੂੰਹ ਮਨਾ ਲਈਏ, ਤੇ ਸਿਰ ਮੂੰਹ ਮਨਾ ਕੇ ਨਾ ਤੇ ਕਿਰਪਾਨ ਫੜਨ ਜੋਗੇ ਰਹਿੰਦੇ ਅਸੀਂ। ਸਿਰ ਮੂੰਹ ਮੁੰਨਿਆ ਹੋਵੇ, ਦਾੜੀ ਕੁਤਰੀ ਹੋਵੇ ਤੇ ਹੱਥ 'ਚ ਕਿਰਪਾਨ ਹੋਵੇ 3 ਫੁੱਟੀ, ਐਂ ਲੱਗਦਾ ਕੋਈ ਗੁੰਡਾ ਜਾ ਰਿਹਾ। ਤੇ ਜੇ ਤਿਆਰ ਬਰ ਤਿਆਰ ਹੋਈਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਹੱਥ 'ਚ ਸ਼੍ਰੀ ਸਾਹਿਬ ਹੋਵੇ ਤੇ ਐਂ ਲੱਗਦਾ ਹੈ ਕਿ ਅਕਾਲ ਪੁਰਖ ਦਾ ਕੋਈ ਸਿਪਾਹੀ ਜਾ ਰਿਹਾ। ਜੇ ਰਾਜ ਲੈਣਾ ਹੈ, ਰਾਜ ਕਿਉਂ ਜ਼ਰੂਰੀ ਹੈ? ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ, ਪਰ ਧਰਮ ਤੋਂ ਬਿਨਾ ਕੁਝ ਵੀ ਨਹੀਂ ਚੱਲਦਾ। ਰਾਜ ਤੋਂ ਬਿਨਾ ਗੁਲਾਮੀ ਆ ਜਾਂਦੀ ਹੈ, ਤੇ ਗੁਲਾਮਾਂ ਦਾ ਕਾਹਦਾ ਧਰਮ ਹੁੰਦਾ? ਜਦੋਂ ਹਿੰਦੂ ਗੁਲਾਮ ਹੋਇਆ ਤੇ ਅਗਲਿਆਂ ਨੇ ਜ਼ਬਰਦਸਤੀ ਜਨੇਊ ਲਾ ਕੇ, ਮਨਾਂ ਦੇ ਮਨ ਜਨੇਊ ਸ਼ਾਮ ਨੂੰ ਉਹ ਫੂਕ ਕੇ ਤੇ ਫਿਰ ਸੌਂਦੇ ਸਨ। ਗੁਲਾਮੀ ਆ ਗਈ। ਸਤਿਗੁਰ ਸੱਚੇ ਪਾਤਸ਼ਾਹ ਕੋਲੋਂ ਫਰਿਆਦ ਲੈ ਕੇ ਆਏ। 9ਵੇਂ ਪਾਤਸ਼ਾਹ ਦੇ ਕੋਲ ਉਹਨਾਂ ਦਾ ਸ਼ਹੀਦੀ ਪੁਰਬ ਵੀ ਆ ਰਿਹਾ। 9ਵੇਂ ਪਾਤਸ਼ਾਹ ਕੋਲ ਫਰਿਆਦ ਕੀਤੀ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਰੂਪ ਹੋ, ਤੁਸੀਂ ਸਾਡਾ ਧਰਮ ਬਚਾ ਸਕਦੇ, ਹੋਰ ਕੋਈ ਨਹੀਂ ਬਚਾ ਸਕਦਾ। ਬੇਸ਼ੱਕ ਪਹਿਲੇ ਜਾਮੇ 'ਚ ਸਤਿਗੁਰ ਸੱਚੇ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ। ਜਨੇਊ ਨਾਲ ਸਾਡਾ ਕੋਈ ਸੰਬੰਧ ਨਹੀਂ, ਕੋਈ ਵਾਸਤਾ ਨਹੀਂ, ਪਰ ਸਿੱਖਾਂ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ, ਜੀਓ ਤੇ ਜੀਣ ਦਿਓ ਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਧਰਮ ਆਪਣੀ ਮਰਜ਼ੀ ਨਾਲ ਛੱਡ ਜਾਵੇ ਜੀ ਸਦਕੇ, ਪਰ ਕਿਸੇ ਨੂੰ ਵਰਗਲਾ ਕੇ, ਲਾਲਚ ਦੇ ਕੇ ਜਬਰੀ ਧਰਮ ਕਬੂਲ ਕਰਾਉਣਾ ਪ੍ਰਵਾਨ ਨਹੀਂ। 9ਵੇਂ ਪਾਤਸ਼ਾਹ ਨੇ ਆਪ ਦਿੱਲੀ ਜਾ ਕੇ ਸੀਸ ਕਟਾਇਆ। ਸੀਸ ਕਟਾ ਕੇ ਜਨੇਊ ਦੀ ਰਾਖੀ ਕੀਤੀ, ਪਰ ਜਿਨ੍ਹਾਂ ਦੀ ਕੀਤੀ ਉਹਨਾਂ ਅਕਿਰਤ ਘਣਾ ਦੇ ਪੁੱਤ ਪੋਤਰਿਆਂ ਨੇ ਜਾ ਕੇ 10ਵੇਂ ਪਾਤਸ਼ਾਹ ਦੇ ਉੱਤੇ ਫੌਜਾਂ ਚੜਾ ਕੇ ਕਈ ਵਾਰ ਹਮਲੇ ਕੀਤੇ। ਸੋ ਇਹ ਅਕਿਰਤ ਘਣਾ ਦੀ ਕੌਮ ਹੈ, ਇਹਨਾਂ ਨੇ ਇਦਾਂ ਹੀ ਕਰਨਾ ਹੈ। ਪਰ ਅਸੀਂ ਆਪਣਾ ਬਚਾਅ ਕਿਵੇਂ ਕਰਨਾ? ਅਸੀਂ ਹੁਣ ਪਿੱਟੀ ਤੇ ਜਾਣਾ ਨਹੀਂ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਹਜ਼ੂਰੀ 'ਚ ਜੁੜ ਕੇ ਬੈਠੇ। ਗੁਰੂ ਵੱਲੋਂ ਬਖਸ਼ੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਦਇਆ ਕੀਤੀ, ਆਪ ਅਗਵਾਈ ਕੀਤੀ ਹੈ ਤੇ ਸਾਨੂੰ ਉਸ ਮਹਾਨ ਧਰਤੀ ਤੇ ਲੈ ਕੇ ਆਏ ਨੇ ਜਿੱਥੇ ਅੱਜ ਤੋਂ ਅੱਧੀ ਸਦੀ ਪਹਿਲਾਂ ਲਤਾੜੇ ਹੋਏ ਨਿਮਾਣੇ ਸਿੱਖ, ਜਿਨ੍ਹਾਂ ਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਹੋਏ, 47 ਦੀ ਵੰਡ ਹੋਵੇ ਜਾਂ ਉਸ ਤੋਂ ਬਾਅਦ ਪੰਜਾਬੀ ਸੂਬੇ ਦੇ ਮੋਰਚਿਆਂ ਦੇ ਵਿੱਚ ਅਨੇਕਾਂ ਜਿਹੜੇ ਸਿੱਖਾਂ ਦੇ ਜ਼ੁਲਮ ਹੋਏ ਸੀ, ਇਸ ਧਰਤੀ ਤੋਂ ਮਰਦ ਸੂਰਮਿਆਂ ਨੇ ਉੱਠ ਕੇ ਹਿੰਦੁਸਤਾਨ ਦੀ ਹਕੂਮਤ ਨੂੰ ਇਹ ਦੱਸਿਆ ਵੀ ਸਿੱਖ ਇਦਾਂ ਜ਼ੁਲਮ ਨਹੀਂ ਸਹਿਣਗੇ ਜਿਵੇਂ ਤੁਸੀਂ ਚਾਹੁੰਦੇ ਹੋ, ਵੀ ਅਸੀਂ ਕੋਈ ਜਨੇਊ ਧਾਰੀ ਨਹੀਂ, ਅਸੀਂ ਕੋਈ ਖੱਦਰ ਧਾਰੀ ਨਹੀਂ, ਅਸੀਂ ਅੰਮ੍ਰਿਤਧਾਰੀ ਸਿੱਖ ਹਾਂ। ਅੰਮ੍ਰਿਤਧਾਰੀ ਸਿੱਖ ਹੋਣ ਦਾ ਅਰਥ ਕੀ ਹੈ? ਖੰਡੇ ਦਾ ਅੰਮ੍ਰਿਤ ਹੈ, ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ। ਤੇ ਖੰਡਾ ਕਿਹੜੇ ਕੰਮ ਵਰਤਿਆ ਜਾਂਦਾ? ਖੰਡਾ ਜੰਗ ਦਾ ਸ਼ਸਤਰ ਹੈ। 2 ਧਾਰੀ ਖੰਡਾ ਜਿਹੜਾ ਹੈ ਉਹਦਾ ਜਦੋਂ ਅੰਮ੍ਰਿਤ ਤਿਆਰ ਹੁੰਦਾ ਹੈ, ਉਸ ਅੰਮ੍ਰਿਤ ਨੂੰ ਛਕ ਕੇ, ਉਸ ਅੰਮ੍ਰਿਤ ਨੂੰ ਪੀ ਕੇ ਸਿੱਖ ਕਦੇ ਵੀ ਜ਼ੁਲਮ ਨਹੀਂ ਸਹਿੰਦਾ। ਸੋ ਇਹ ਉਹ ਧਰਤੀ, ਪਵਿੱਤਰ ਧਰਤੀ ਹੈ ਜਿੱਥੇ ਸੰਤ ਕਰਤਾਰ ਸਿੰਘ ਜੀ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ, ਜਿਨ੍ਹਾਂ ਨੇ ਸਿੱਖਾਂ ਨੂੰ ਇਹ ਦੱਸਿਆ ਵੀ ਜੇ ਗੁਰੂ ਨਾਲ ਪ੍ਰੇਮ ਕਰਨਾ ਹੈ ਤੇ ਕਿਵੇਂ ਕਰਨਾ ਹੈ। ਅੱਜ ਉਸ ਧਰਤੀ ਤੇ ਪਹੁੰਚੇ ਹਾਂ। ਸੰਗਤਾਂ ਨੇ ਜਿਵੇਂ ਪ੍ਰੇਮ ਦਿਖਾਇਆ, ਇਹ ਵੀ ਅਕਹਿ ਹੈ, ਇਹ ਅਸੀਂ ਕਹਿ ਨਹੀਂ ਸਕਦੇ, ਨਾ ਧੰਨਵਾਦ ਕਰ ਸਕਦੇ ਹਾਂ। ਸੋ ਬਹੁਤ ਬਹੁਤ ਧੰਨਵਾਦ ਜਿੰਨੀਆਂ ਵੀ ਸੰਗਤਾਂ ਇੱਥੇ ਪਹੁੰਚੀਆਂ। ਅੱਜ ਜਿਹੜੀ ਗੱਲ ਦੀ ਸ਼ੁਰੂਆਤ ਕਰਨੀ ਹੈ, ਬਾਬਾ ਜੀ ਪਹਿਲਾਂ ਬੋਲ ਕੇ ਗਏ ਨੇ ਵੀ ਹਕੂਮਤ ਨੇ ਇਹ ਤਹਈਆ ਕਰ ਲਿਆ ਵੀ ਸਿੱਖਾਂ ਨੂੰ ਸ਼ਸਤਰਹੀਣ ਕਰਨਾ। ਹਕੂਮਤ ਇਹ ਚਾਹੁੰਦੀ ਹੈ ਵੀ ਸਿੱਖਾਂ ਦੇ ਘਰ ਚੋਂ ਇੱਕ ਡਾਂਗ ਵੀ ਨਾ ਲੱਭੇ ਸੁੱਕੀ। ਕਿਉਂ ਨਾ ਲੱਭੇ? ਉਹਦਾ ਇੱਕ ਕਾਰਨ ਹੈ ਵੀ ਜੇ ਸਾਡੇ ਘਰਾਂ ਦੇ ਵਿੱਚ ਸ਼ਸਤਰ ਨੇ, ਫੇਰ ਜਨੂਨੀਆਂ ਦੀ ਕੋਈ ਭੀੜ ਜਿਹੜੀ ਦਿੱਲੀ 'ਚ ਸਾਡੇ ਘਰਾਂ ਦੇ ਚੜ੍ਹ ਕੇ ਆਈ ਸੀ, ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ, ਜਿਨ੍ਹਾਂ ਸਾਡੇ ਕਾਰੋਬਾਰ ਲੁੱਟੇ, ਜਿਨ੍ਹਾਂ ਸਾਡੇ ਭਰਾਵਾਂ ਦੇ ਗਲਾਂ 'ਚ ਟਾਇਰ ਪਾਏ, ਜਿਨ੍ਹਾਂ ਸਾਡੇ ਛੋਟੇ ਛੋਟੇ ਬੱਚੇ ਸਿੱਖਾਂ ਦੇ ਕੋਹ ਕੇ ਮਾਰ ਦਿੱਤੇ, ਉਹ ਭੀੜ ਤਾਂ ਚੜ੍ਹ ਕੇ ਆਉਂਦੀ ਹੈ ਜਿਹਨੇ ਹੱਥੇ ਹੋਈਏ। ਵੈਸੇ ਇਹ ਕੌਮ ਡਰਪੋਕਾਂ ਦੀ ਕੌਮ ਹੈ, ਇਹ ਇਕੱਲੇ ਨੂੰ ਇਕੱਲੇ ਨਹੀਂ ਟੱਕਰਦੇ, ਇਹ ਭੀੜਾਂ ਦੇ ਰੂਪ 'ਚ ਇਕੱਠਿਆਂ ਹੋ ਕੇ ਤੇ ਹਮਲਾਵਰ ਹੁੰਦੇ ਨੇ। ਤੇ ਜਿਹੜੇ ਭੀੜਾਂ ਦੇ ਰੂਪ 'ਚ ਇਕੱਠਿਆਂ ਹੋ ਕੇ ਹਮਲਾ ਕਰਨ ਆਉਣ, ਉਹਨਾਂ ਤੋਂ ਬਚਾਅ ਕੌਣ ਕਰਦਾ ਹੈ? ਅੱਜ ਕੱਲ ਕਈ ਉੱਠ ਕੇ ਕਹਿ ਦਿੰਦੇ ਨੇ
ਵੀ ਧਰਮ ਪ੍ਰਚਾਰ ਵਾਸਤੇ ਮਾਲਾ ਜ਼ਰੂਰੀ ਹੈ ਜੀ ਕੱਲੀ, ਤੇ ਅਸੀਂ ਉਹਨਾਂ ਨੂੰ ਦੱਸ ਦਈਏ ਵੀ ਅਸੀਂ ਉਸ ਦੇ ਪੁੱਤਰ ਹਾਂ ਜਿਨੇ ਕਿਹਾ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆ। ਅਸੀਂ ਕਿਸੇ ਉਸ ਦੇ ਪੁੱਤਰ ਨਹੀਂ ਜਿਹੜੇ ਕਹਿੰਦੇ ਸੀ ਮੰਤਰ ਮਾਰ ਕੇ ਤੇ ਬਾਬਰ ਦੀਆਂ ਫੌਜਾਂ ਤਬਾਹ ਕਰ ਦਿਆਂਗੇ। ਬਾਅਦ ਚ ਉਦੋਂ ਪਤਾ ਲੱਗਾ ਜਦੋਂ ਬਾਬਰ ਦੀਆਂ ਫੌਜਾਂ ਸਿਰ ਤੇ ਆਣ ਚੜੀਆਂ ਤੇ ਸਿਰ ਜਾਣ ਕੇ ਜੁੱਤੀਆਂ ਮਾਰੀਆਂ ਤੇ ਫਿਰ ਕੁਝ ਵੀ ਨਹੀਂ ਹੋਇਆ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਡੀ ਅਰਦਾਸ ਕੀ ਹੁੰਦਾ, ਪ੍ਰਥਮ ਭਗਉਤੀ ਸਿਮਰ ਕੇ। ਭਗਉਤੀ ਨੂੰ ਪ੍ਰਥਮ ਕਿਉਂ ਸਿਮਰਨਾ ਹੈ? ਤਲਵਾਰ ਨੂੰ ਤੇਗ ਨੂੰ ਪ੍ਰਥਮ ਕਿਉਂ ਮੰਨਣਾ ਹੈ? ਕਿਉਂਕਿ ਜੇ ਧਰਮੀ ਨੇ ਧਰਮ ਕਮਾਉਣਾ ਹੈ, ਜੇ ਧਰਮੀ ਨੇ ਭਗਤੀ ਕਰਨੀ ਹੈ, ਜੇ ਧਰਮੀ ਨੇ ਬਾਣੀ ਪੜ੍ਹਨੀ ਹੈ ਤੇ ਬਾਣੀ ਉਹੋ ਹੀ ਪੜ੍ਹ ਸਕਦਾ ਜਿਹਦੇ ਮਨ 'ਚ ਸਕੂਨ ਹੈ, ਜਿਹਦੇ ਮਨ 'ਚ ਭੈ ਨਹੀਂ, ਡਰ ਨਹੀਂ, ਤੇ ਜਿਹਦੇ ਕੋਲ ਤੇਗ ਨਹੀਂ ਉਹ ਡਰਦਾ। ਕਿਉਂਕਿ ਜੇ ਤੁਸੀਂ ਕੋਲ ਤੇਗ ਨਹੀਂ ਰੱਖੀ, ਕੋਲ ਸ਼ਸਤਰ ਨਹੀਂ ਰੱਖਿਆ, ਤੇ ਅੱਜ ਕੱਲ ਦੇ ਸ਼ਸਤਰਾਂ ਦਾ ਰੂਪ ਵੀ ਬਦਲ ਗਿਆ। ਸਤਿਗੁਰ ਸੱਚੇ ਪਾਤਸ਼ਾਹ ਨੇ ਬੰਦੂਕਾਂ ਰੱਖੀਆਂ ਸੀ ਆਪਣੇ ਸਮੇਂ 'ਚ, ਵਧੀਆ ਤੋਂ ਵਧੀਆ ਹਥਿਆਰ ਸਤਿਗੁਰ ਸੱਚੇ ਪਾਤਸ਼ਾਹ ਨੇ, ਛੇਵੇਂ ਪਾਤਸ਼ਾਹ ਨੇ ਜਦੋਂ ਸੰਗਤਾਂ ਨੂੰ ਅਪੀਲ ਕੀਤੀ, ਹੁਕਮ ਕੀਤਾ ਵੀ ਸੋਹਣੀਆਂ ਜਵਾਨੀਆਂ, ਸੋਹਣੇ ਸ਼ਸਤਰ, ਘੋੜੇ ਸਾਨੂੰ ਭੇਟ ਕਰੋ। ਸੋ ਇਸ ਕਰਕੇ ਹਕੂਮਤ ਇਹ ਚਾਹੁੰਦੀ ਹੈ ਨੌਜਵਾਨੋ ਵੀ ਅਸੀਂ ਪਹਿਲਾਂ ਤੇ ਸਿਰ ਮੂੰਹ ਮਨਾ ਲਈਏ, ਤੇ ਸਿਰ ਮੂੰਹ ਮਨਾ ਕੇ ਨਾ ਤੇ ਕਿਰਪਾਨ ਫੜਨ ਜੋਗੇ ਰਹਿੰਦੇ ਅਸੀਂ। ਸਿਰ ਮੂੰਹ ਮੁੰਨਿਆ ਹੋਵੇ, ਦਾੜੀ ਕੁਤਰੀ ਹੋਵੇ ਤੇ ਹੱਥ 'ਚ ਕਿਰਪਾਨ ਹੋਵੇ 3 ਫੁੱਟੀ, ਐਂ ਲੱਗਦਾ ਕੋਈ ਗੁੰਡਾ ਜਾ ਰਿਹਾ। ਤੇ ਜੇ ਤਿਆਰ-ਬਰ ਤਿਆਰ ਹੋਈਏ, ਬਾਣੀ ਬਾਣੇ ਦੇ ਧਾਰਨੀ ਹੋਈਏ, ਹੱਥ 'ਚ ਸ਼੍ਰੀ ਸਾਹਿਬ ਹੋਵੇ ਤੇ ਐਂ ਲੱਗਦਾ ਹੈ ਕਿ ਅਕਾਲ ਪੁਰਖ ਦਾ ਕੋਈ ਸਿਪਾਹੀ ਜਾ ਰਿਹਾ। ਸੋ ਇਸ ਕਰਕੇ ਇਹ ਫੈਸਲਾ ਤੁਹਾਡੇ ਹੱਥ 'ਚ ਹੈ ਵੀ ਤੇਗ ਤੇ ਛੱਡੀ ਨਹੀਂ ਜਾ ਸਕਦੀ। ਆਪਾਂ ਗੁੰਡਿਆਂ ਵਾਂਗੂ ਤੇਗ ਫੜਨੀ ਹੈ ਜਾਂ ਆਪਾਂ ਅਕਾਲ ਪੁਰਖ ਦੇ ਸਿਪਾਹੀਆਂ ਵਾਂਗੂ ਤੇਗ ਫੜਨੀ। ਅੱਜ ਮੈਨੂੰ ਇਹ ਖਬਰ, ਮੈਂ ਵੈਸੇ ਹੁਣ ਬਹੁਤੀਆਂ ਵੇਂਦਾ ਨਹੀਂ, ਪਰ ਇਹ ਮਿਲੀ ਸੀ ਵੀ ਹਕੂਮਤ ਨੇ ਇੱਕ 10 ਸਾਲ ਦੀ ਉਮਰ ਦੇ ਬੱਚੇ ਤੇ ਪਰਚਾ ਕਰ ਦਿੱਤਾ। ਪਰਚਾ ਕਿਹੜੀ ਗੱਲ ਦਾ? ਵੀ 6 ਸਾਲ ਪਹਿਲਾਂ ਉਹਨੇ ਸ਼ਸਤਰ ਨਾਲ ਫੋਟੋ ਪਾਈ ਸੀ, ਉਹ ਹਥਿਆਰ ਦੇ ਨਾਲ ਜਿਹੜੀ ਫੋਟੋ ਪਾਈ ਸੀ ਉਹਦਾ ਅੱਜ ਇਹਨਾਂ ਨੇ ਪਰਚਾ ਕਰ ਦਿੱਤਾ। ਪਤਾ ਨਹੀਂ ਨਾ ਤੇ ਇਹਨਾਂ ਨੂੰ ਕੋਈ ਸਲਾਹ ਦੇਣ ਵਾਲਾ, ਕੋਈ ਚੱਜ ਦਾ ਸਲਾਹਕਾਰ ਰੱਖਿਆ ਹੋਵੇ ਵੀ ਬੰਦਾ ਪੁੱਛੇ ਵੀ ਹਥਿਆਰ ਦੀ ਫੋਟੋ ਆਨਲਾਈਨ ਪਾਉਣ ਨਾਲ ਜੇ ਪਰਚੇ ਹੁੰਦੇ ਆ, ਤੇ ਜਿੰਨੀਆਂ ਇਹਨਾਂ ਦੀਆਂ MLA MP ਤੁਰੇ ਫਿਰਦੇ ਬੰਦੇ ਬੀਬੀਆਂ ਸਾਰੀਆਂ ਰਲਾ ਕੇ ਇਹਨਾਂ ਸਾਰਿਆਂ ਦੀਆਂ ਫੋਟੋਆਂ ਮੌਜੂਦ ਹੈ। ਤੇ ਜੇ ਤੇ ਤੁਸੀਂ ਹਕੂਮਤ ਮੰਨਦੇ ਜੋ ਵੀ ਸਾਰਿਆਂ ਵਾਸਤੇ ਬਰਾਬਰ ਹੈ, ਫਿਰ ਤੇ ਪਹਿਲਾਂ ਪਾਉਣ ਆਪਣੇ ਮੰਤਰੀਆਂ ਦੇ ਪਰਚੇ, ਇਹਨਾਂ ਨੂੰ ਦੇਣ ਅੰਦਰ, ਫਿਰ ਦੂਜਿਆਂ ਦੇ ਪਾਉਣ ਜਿਹੜੇ ਵਿਰੋਧੀ ਧਿਰ ਵਾਲੇ ਨੇ, ਉਹਨਾਂ ਕੋਲ ਵੀ ਹਥਿਆਰ ਨੇ, ਫਿਰ ਸਾਰਿਆਂ ਤੇ ਜਦੋਂ ਪੈ ਜਾਂਦੇ ਨੇ ਉਸ ਤੋਂ ਬਾਅਦ ਚ ਇਹ ਪਰਚੇ ਪਾਉਣ ਸਾਡੇ ਤੇ। ਮੈਂ ਇਹ ਗੱਲ ਨਹੀਂ ਕਹਿੰਦਾ ਵੀ ਸਾਡੇ ਤੇ ਪਰਚਾ ਨਾ ਪਾਉਣ, ਮੈਂ ਕਹਿੰਦਾ ਪਾ ਕੇ ਵੇਖ ਲੈਣ। ਪਰ ਮਸਲਾ ਇਹ ਹੈ ਵੀ ਹਕੂਮਤ ਜਿਹੜੀ ਆਪ ਕਿਸੇ ਦੀ ਰਾਖੀ ਕਰਨ 'ਚ ਸਮਰੱਥ ਨਹੀਂ। ਹੁਣ ਤੁਸੀਂ ਦੱਸੋ ਮੈਨੂੰ ਵੀ ਇੱਥੇ ਜਿਹੜੀਆਂ ਲੁੱਟਾਂ ਖੋਹਾਂ ਹੁੰਦੀਆਂ ਉਹ ਲਾਇਸੈਂਸੀ ਹਥਿਆਰਾਂ ਨਾਲ ਹੁੰਦੀਆਂ? ਜਿਹੜੇ ਇੱਥੇ ਸਾਡੇ ਨੌਜਵਾਨ ਮਾਰੇ ਜਾ ਰਹੇ ਨੇ, ਇਹ ਕਿਹੜੇ ਲਾਇਸੈਂਸ, ਕਿਹੜੀ ਗਵਰਨਮੈਂਟ ਨੇ ਇਸ਼ੂ ਕੀਤੇ ਸੀ? ਸੋ ਜੇ ਇਹ ਲਾਇਸੈਂਸ ਮਿਲਦੇ ਹੀ ਕਿਤੇ ਨਹੀਂ, ਤੇ ਇਹ ਜਿਹੜੇ ਲੁੱਟਣ ਵਾਲੇ ਨੇ, ਜਿਹੜੇ ਮਾਰਨ ਵਾਲੇ ਨੇ, ਜਿਹੜੇ ਸਾਡੇ ਗਲਾਂ 'ਚ ਟਾਇਰ ਪਾਉਣ ਦਾ ਯਤਨ ਕਰਦੇ ਨੇ, ਉਹਨਾਂ ਨੂੰ ਕਿਸੇ ਲਾਇਸੈਂਸਾਂ ਦੀ ਲੋੜ ਨਹੀਂ। ਤੇ ਸਾਡੇ ਜਿਹੜੇ ਮਾੜੇ ਮੋਟੇ ਲਾਇਸੈਂਸੀ ਹਥਿਆਰ ਨੇ, ਹਕੂਮਤ ਉਹ ਵੀ ਕੈਂਸਲ ਕਰਨ ਤੇ ਤੁਲੀ ਹੈ। ਇੱਥੋਂ ਤੱਕ ਵੀ ਘਰਾਂ ਦੀਆਂ ਤਲਾਸ਼ੀਆਂ ਕਰ ਕਰਕੇ ਜੰਗਾਲੀਆਂ ਕਿਰਪਾਨਾਂ ਕੱਢ ਕੇ ਲੈ ਕੇ ਜਾ ਰਹੇ ਨੇ ਬਾਹਰ। ਤੇ ਮੀਡੀਆ ਵਾਲੇ ਵੀ ਗਾੜੀ ਮੈਕ ਕਰ ਕਰਕੇ ਪੁੱਛਦੇ ਨੇ ਜਿਨ੍ਹਾਂ ਦੇ ਘਰੋਂ ਕਿਰਪਾਨ ਮਿਲਦੀ ਹੈ ਵੀ ਤੁਸੀਂ ਇਹ ਰੱਖੀ ਕਿਉਂ ਸੀ? ਪਰ ਉਹ ਜਵਾਬ ਇਸ ਕਰਕੇ ਨਹੀਂ ਦੇ ਸਕੇ ਖਾਲਸਾ ਜੀ ਵੀ ਉਹਨਾਂ ਦੇ ਸਿਰ ਤੇ ਕੇਸ ਨਹੀਂ, ਸਿਰ ਤੇ ਦਸਤਾਰ ਨਹੀਂ, ਮੂੰਹ ਤੇ ਦਾੜਾ ਨਹੀਂ, ਤੇ ਜਵਾਬ ਕੀ ਦੇਣਾ ਸੀ ਵੀ ਕਿਉਂ ਰੱਖੀ ਹੈ? ਜੇ ਤੇ ਤਿਆਰ ਬਰ ਤਿਆਰ ਸਿੱਖ ਹੁੰਦੇ ਤੇ ਪਹਿਲੀ ਗੱਲ ਤੇ ਕੋਈ ਪੁੱਛਣ ਦੀ ਜ਼ਰੂਰਤ ਨਹੀਂ ਕਰਦਾ, ਤੇ ਜੇ ਕਰ ਵੀ ਲਵੇ ਤੇ ਉਹਨੂੰ ਇਹ ਦੱਸਿਆ ਜਾ ਸਕਦਾ ਵੀ ਇਹ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੈ ਵੀ ਮੈਂ ਦਰਸ਼ਨ ਕਿਸੇ ਵੀ ਸਿੱਖ ਨੂੰ ਬਿਨਾਂ ਤੇਗ ਤੋਂ, ਬਿਨਾਂ ਸ਼ਸਤਰਾਂ ਤੋਂ, ਬਿਨਾਂ ਕੇਸਾਂ ਤੋਂ ਨਹੀਂ ਦੇਣੇ। ਤੇ ਅਸੀਂ ਅੱਜ ਕੀ ਕਰ ਰਹੇ ਹਾਂ? ਸੋ ਇਸ ਕਰਕੇ ਅੱਜ ਜੋ ਸਮਾਂ ਸਾਡੇ ਤੇ ਆਣ ਬਣਿਆ, ਉਸ ਧਰਤੀ ਤੇ ਖੜੇ ਆ ਜਿੱਥੋਂ ਸਾਰੀ ਖੇਡ ਸ਼ੁਰੂ ਹੋਈ ਸੀ, ਜਿੱਥੋਂ ਸਾਡੇ ਹੱਕਾਂ ਦੀ ਗੱਲ ਸ਼ੁਰੂ ਹੋਈ, ਜਿੱਥੋਂ ਕਿਸੇ ਨੇ ਇਹ ਆਵਾਜ਼ ਚੁੱਕੀ ਵੀ ਸਿੱਖਾਂ ਨੇ ਹੁਣ ਇਦਾਂ ਜ਼ੁਲਮ ਨਹੀਂ ਸਹਿਣਾ, ਅਸੀਂ ਕੋਈ ਗਾਂਧੀ ਦੇ ਪੁੱਤਰ ਨਹੀਂ ਹੈਗੇ, ਅਸੀਂ ਕਲਗੀਧਰ ਪਾਤਸ਼ਾਹ ਦੇ ਪੁੱਤਰ ਹਾਂ। ਅੱਜ ਉਹਨਾਂ ਦਾ ਗੁਰਤਾ ਗੱਦੀ ਦਿਵਸ ਹੈ। ਗੁਰਤਾ ਗੱਦੀ ਦਿਵਸ ਦੇ ਉੱਤੇ 10ਵੇਂ ਪਾਤਸ਼ਾਹ ਨੇ ਜਦੋਂ ਬਾਅਦ ਪਹਿਲਾਂ ਚਰਨਾਮ੍ਰਿਤ ਦੀ ਰਵਾਇਤ ਸੀ, ਜਿਨੇ ਸਿੱਖ ਬਣਨਾ ਉਹ ਚਰਨਾਮ੍ਰਿਤ ਪੀ ਕੇ ਗੁਰੂ ਦਾ ਸਿੱਖ ਬਣਦਾ ਸੀ। ਫਿਰ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ, ਸਭ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਤੇ ਐਸਾ ਨਿਆਰਾ ਨਿਰਾਲਾ ਪੰਥ ਸਾਜਿਆ ਜਿਹਦਾ ਸੰਸਾਰ ਦੇ ਉੱਤੇ ਕੋਈ ਤੋੜ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਅਸੀਂ ਅੱਜ ਨਿਆਰੇ ਹੈਗੇ ਕਿ ਨਹੀਂ ਹੈਗੇ?
महाराज दे बचन है, जब लग खालसा रहे न्यारा, तब लग तेज द्यों मैं सारा, जबे गए विपरण की रीत, मैं ना करूं इनकी प्रतीत। ਹੁਣ ਜਦੋਂ ਅਸੀਂ ਪੇਪਰ ਦੇ ਰਾਹ ਤੇ ਤੁਰ ਪਏ, ਇੱਥੇ ਮੇਰੇ ਕੋਲ ਕਈ ਸਿੱਖ ਸ਼ਿਕਾਇਤਾਂ ਲੈ ਕੇ ਆਉਂਦੇ ਨੇ। ਗ੍ਰੰਥੀ ਸਿੰਘਾਂ ਦੀ ਇੱਕ ਸਭ ਤੋਂ ਵੱਡੀ ਸ਼ਿਕਾਇਤ ਹੈ ਵੀ ਗ੍ਰੰਥੀ ਸਿੰਘਾਂ ਦੀ ਹਾਲਤ ਅੱਜ ਗੁਰੂ ਘਰਾਂ ਚੋਂ ਕਰ ਦਿੱਤੀ ਗਈ ਹੈ ਤੇ ਅਸੀਂ ਕੀਤੀ ਹੈ, ਕਿਸੇ ਹੋਰ ਨੇ ਨਹੀਂ ਕੀਤੀ। ਸਿਰ ਮੁੰਨਿਆ, ਸ਼ਰਾਬੀ, ਕਬਾਬੀ, ਇਹ ਸ਼ਵਾਬ ਦੇ ਨਸ਼ੇ ਵਾਲੇ ਬੰਦੇ ਕਮੇਟੀਆਂ ਦੇ ਪ੍ਰਧਾਨ ਨੇ, ਤੇ ਥੱਲੇ ਗੁਰਸਿੱਖ ਗ੍ਰੰਥੀ ਉਹਨਾਂ ਦੇ ਹੱਥੋਂ ਜਲੀਲ ਹੁੰਦਾ। ਬਾਬੇ ਬੁੱਢੇ ਦੀ ਅਵਸਥਾ ਹੈ, ਬਾਬਾ ਬੁੱਢਾ ਸਾਹਿਬ ਜੀ ਦੀ ਅਵਸਥਾ ਪਹਿਲੇ ਹੈਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ। ਹੁਣ ਤੁਸੀਂ ਦੱਸੋ, ਜਿਹੜੇ ਬੰਦੇ ਨੇ ਆਪ ਕੇਸ ਨਹੀਂ ਰੱਖੇ, ਜਿਹਦੇ ਘਰ 'ਚ ਸ਼ਰਾਬ ਹੈ, ਉਹ ਗ੍ਰੰਥੀ ਸਿੰਘ ਨੂੰ ਜਾ ਕੇ ਹੁਕਮ ਸੁਣਾਉਂਦਾ ਵੀ ਤੂੰ ਇਦਾਂ ਨਹੀਂ ਇਦਾਂ ਕਰ। 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਦੀ ਰਵਾਇਤ ਹੈ ਵੀ 12 ਵਜੇ ਤੋਂ ਪਹਿਲਾਂ ਆਨੰਦ ਕਾਰਜ ਹੋ ਜਾਣਾ ਚਾਹੀਦਾ, ਤੇ 12 ਵਜੇ ਤੋਂ ਬਾਅਦ 2:30 ਵਜੇ 3 ਵਜੇ ਇਹ ਆਨੰਦ ਕਾਰਜ ਦੀਆਂ ਰਸਮਾਂ ਪੂਰੀਆਂ ਹੁੰਦੀਆਂ। ਉਹ ਵੀ ਸ਼ੋਸ਼ਾ ਕਰਦੇ ਨੇ 10-15 ਮਿੰਟ ਦਾ। ਉਹ ਬੰਦੇ ਆ ਜਾਂਦੇ ਨੇ 4-5 ਤੇ ਭੱਜ ਕੇ ਗ੍ਰੰਥੀ ਨੂੰ ਨਾਲ ਕਹੀ ਜਾਂਦੇ ਨੇ ਵੀ ਭਾਈ ਛੇਤੀ ਕਰ, ਛੇਤੀ ਪੜ੍ਹ ਲੈ ਸਾਰਾ ਕੁਝ। ਸੋ ਇਸ ਕਰਕੇ ਇਹ ਆਪਣੇ ਤੇ ਕਰੋਪੀ ਆਈ ਕਿਉਂ ਹੈ? ਗੁਰੂ ਦੇ ਨਾਲ ਪ੍ਰੇਮ ਕਿਦਾਂ ਕਰੀਦਾ? ਗੁਰੂ ਦੀ ਸ਼ਰਨ 'ਚ ਬੈਠੇ ਆ, ਗੁਰੂ ਦੀ ਹਜ਼ੂਰੀ 'ਚ ਬੈਠੇ ਆ, ਤੇ ਜੇ ਅੱਜ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਅਸੀਂ ਕਾਹਲੀ 'ਚ ਹੋਈਏ, ਸਾਡਾ ਮਨ ਕਿਤੇ ਹੋਵੇ, ਕਿਸੇ ਦਾ ਆਪਣੇ ਘਰ ਮਨ ਟਿਕਿਆ ਹੋਵੇ, ਕਿਸੇ ਦਾ ਆਪਣੇ ਕਾਰੋਬਾਰ 'ਚ ਟਿਕਿਆ ਹੋਵੇ, ਅਸੀਂ ਇਕਾਗਰਚਿਤ ਹੋ ਕੇ ਬੈਠੀਏ ਨਾ, ਤੇ ਫਿਰ ਗੁਰੂ ਨੇ ਪ੍ਰੇਮ ਕਿੱਥੋਂ ਕਰਨਾ? ਤੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਇਹ ਗੱਲ ਅਸੀਂ ਭੁੱਲ ਜਾਈਏ ਵੀ ਬਿਨਾਂ ਸਤਿਗੁਰ ਸੱਚੇ ਪਾਤਸ਼ਾਹ ਨੂੰ ਪ੍ਰੇਮ ਕੀਤਿਆਂ ਅਸੀਂ ਕੁਝ ਪ੍ਰਾਪਤ ਕਰ ਸਕਦੇ? ਕੋਈ ਪ੍ਰਾਪਤੀ ਨਹੀਂ ਹੋਣੀ। ਨਾ ਰਾਜ ਦੀ ਪ੍ਰਾਪਤੀ ਉਹਨਾਂ ਚਿਰ ਹੋਣੀ ਹੈ, ਨਾ ਭਗਤੀ, ਨਾ ਕਿਸੇ ਹੋਰ ਚੀਜ਼ ਦੀ ਪ੍ਰਾਪਤੀ ਹੋਣੀ। ਜੇ ਰਾਜ ਲੈਣਾ ਹੈ, ਰਾਜ ਕਿਉਂ ਜ਼ਰੂਰੀ ਹੈ? ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਰਾਜ ਤੋਂ ਬਿਨਾ ਧਰਮ ਨਹੀਂ ਚੱਲਦਾ, ਪਰ ਧਰਮ ਤੋਂ ਬਿਨਾ ਕੁਝ ਵੀ ਨਹੀਂ ਚੱਲਦਾ। ਰਾਜ ਤੋਂ ਬਿਨਾ ਗੁਲਾਮੀ ਆ ਜਾਂਦੀ ਹੈ, ਤੇ ਗੁਲਾਮਾਂ ਦਾ ਕਾਹਦਾ ਧਰਮ ਹੁੰਦਾ? ਜਦੋਂ ਹਿੰਦੂ ਗੁਲਾਮ ਹੋਇਆ ਤੇ ਅਗਲਿਆਂ ਨੇ ਜ਼ਬਰਦਸਤੀ ਜਨੇਊ ਲਾ ਕੇ, ਮਨਾਂ ਦੇ ਮਨ ਜਨੇਊ ਸ਼ਾਮ ਨੂੰ ਉਹ ਫੂਕ ਕੇ ਤੇ ਫਿਰ ਸੌਂਦੇ ਸਨ। ਗੁਲਾਮੀ ਆ ਗਈ। ਸਤਿਗੁਰ ਸੱਚੇ ਪਾਤਸ਼ਾਹ ਕੋਲੋਂ ਫਰਿਆਦ ਲੈ ਕੇ ਆਏ। 9ਵੇਂ ਪਾਤਸ਼ਾਹ ਦੇ ਕੋਲ ਉਹਨਾਂ ਦਾ ਸ਼ਹੀਦੀ ਪੁਰਬ ਵੀ ਆ ਰਿਹਾ। 9ਵੇਂ ਪਾਤਸ਼ਾਹ ਕੋਲ ਫਰਿਆਦ ਕੀਤੀ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਅਕਾਲ ਪੁਰਖ ਰੂਪ ਹੋ, ਤੁਸੀਂ ਸਾਡਾ ਧਰਮ ਬਚਾ ਸਕਦੇ, ਹੋਰ ਕੋਈ ਨਹੀਂ ਬਚਾ ਸਕਦਾ। ਬੇਸ਼ੱਕ ਪਹਿਲੇ ਜਾਮੇ 'ਚ ਸਤਿਗੁਰ ਸੱਚੇ ਪਾਤਸ਼ਾਹ ਨੇ ਜਨੇਊ ਪਹਿਨਣ ਤੋਂ ਇਨਕਾਰ ਕੀਤਾ ਸੀ। ਜਨੇਊ ਨਾਲ ਸਾਡਾ ਕੋਈ ਸੰਬੰਧ ਨਹੀਂ, ਕੋਈ ਵਾਸਤਾ ਨਹੀਂ, ਪਰ ਸਿੱਖਾਂ ਦਾ ਸਿਧਾਂਤ ਹੈ ਸਰਬੱਤ ਦੇ ਭਲੇ ਦਾ, ਜੀਓ ਤੇ ਜੀਣ ਦਿਓ ਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਕੋਈ ਧਰਮ ਆਪਣੀ ਮਰਜ਼ੀ ਨਾਲ ਛੱਡ ਜਾਵੇ ਜੀ ਸਦਕੇ, ਪਰ ਕਿਸੇ ਨੂੰ ਵਰਗਲਾ ਕੇ, ਲਾਲਚ ਦੇ ਕੇ ਜਬਰੀ ਧਰਮ ਕਬੂਲ ਕਰਾਉਣਾ ਪ੍ਰਵਾਨ ਨਹੀਂ। 9ਵੇਂ ਪਾਤਸ਼ਾਹ ਨੇ ਆਪ ਦਿੱਲੀ ਜਾ ਕੇ ਸੀਸ ਕਟਾਇਆ। ਸੀਸ ਕਟਾ ਕੇ ਜਨੇਊ ਦੀ ਰਾਖੀ ਕੀਤੀ, ਪਰ ਜਿਨ੍ਹਾਂ ਦੀ ਕੀਤੀ ਉਹਨਾਂ ਅਕਿਰਤ ਘਣਾ ਦੇ ਪੁੱਤ ਪੋਤਰਿਆਂ ਨੇ ਜਾ ਕੇ 10ਵੇਂ ਪਾਤਸ਼ਾਹ ਦੇ ਉੱਤੇ ਫੌਜਾਂ ਚੜਾ ਕੇ ਕਈ ਵਾਰ ਹਮਲੇ ਕੀਤੇ। ਸੋ ਇਹ ਅਕਿਰਤ ਘਣਾ ਦੀ ਕੌਮ ਹੈ, ਇਹਨਾਂ ਨੇ ਇਦਾਂ ਹੀ ਕਰਨਾ ਹੈ। ਪਰ ਅਸੀਂ ਆਪਣਾ ਬਚਾਅ ਕਿਵੇਂ ਕਰਨਾ? ਅਸੀਂ ਹੁਣ ਪਿੱਟੀ ਤੇ ਜਾਣਾ ਨਹੀਂ। ਅਸੀਂ ਹੁਣ ਇਹ ਪਿੱਟੀ ਨਹੀਂ ਜਾਣਾ ਵੀ ਸਾਡੇ ਨਾਲ ਧੱਕਾ ਬੜਾ ਹੋ ਗਿਆ ਜੀ, ਸਾਡੇ ਨਾਲ ਧੱਕਾ ਹੋ ਰਿਹਾ, ਸਾਰੀ ਦੁਨੀਆ ਨੂੰ ਪਤਾ ਵਾ ਸਾਡੇ ਨਾਲ ਧੱਕਾ ਹੋ ਰਿਹਾ। ਸਾਡੀ ਕੋਈ ਗੱਲ ਨਹੀਂ ਕਰਦਾ, ਨਾ ਕਿਸੇ ਨੇ ਕਰਨੀ ਹੈ, ਕਿਉਂਕਿ ਗੱਲ ਉਹਨਾਂ ਦੀ ਹੁੰਦੀ ਜਿੰਨਾ 'ਚ ਆਪ ਕੋਈ ਦਮ ਹੁੰਦਾ। ਜਿੰਨਾ ਚਿਰ ਅਸੀਂ ਬੈਠ ਕੇ ਇਦਾਂ ਧੱਕਾ ਸਹਿਣਾ, ਉਹਨਾਂ ਚਿਰ ਹੋ ਹੀ ਜਾਣਾ। ਤੇ ਜਿੱਦਣ ਅਸੀਂ ਧੱਕੇ ਦਾ ਜਵਾਬ ਧੱਕੇ 'ਚ ਦੇਣ ਲੱਗ ਪਏ, ਉਦਣ ਇਹ ਸਾਰੇ ਧੱਕੇ ਬੰਦ ਹੋ ਜਾਣੇ। ਕਿਉਂਕਿ ਹਕੂਮਤ ਨੂੰ ਇੱਕੋ ਭਾਸ਼ਾ ਸੁਣਦੀ ਹੈ। ਪ੍ਰੇਮ ਨਾਲ ਧਰਨੇ ਲਾ ਕੇ ਦੇਖੇ ਅਸੀਂ, ਕਿੰਨਾ ਚਿਰ ਅਸੀਂ ਧਰਨਿਆਂ ਤੇ ਬੈਠੇ ਰਹੇ, ਕਿੰਨਾ ਚਿਰ ਅਸੀਂ ਸ਼ਾਂਤਮਈ ਸ਼ਹਾਦਤਾਂ ਦਿੱਤੀਆਂ, ਕਿੰਨਾ ਚਿਰ ਅਸੀਂ ਗੋਲੀਆਂ ਖਾਧੀਆਂ ਇਹਨਾਂ ਦੇ ਕੋਲੋਂ, ਕਿੰਨਾ ਚਿਰ ਅਸੀਂ ਡਾਂਗਾ ਖਾਧੀਆਂ। ਤੁਸੀਂ ਦੱਸੋ ਕੀ ਫਰਕ ਪੈ ਗਿਆ? ਕੋਈ ਬਦਲਾਅ ਆਇਆ ਅਜੇ ਤੱਕ? ਉਹੋ ਹੀ ਹਾਲਾਤ ਨੇ। ਪਹਿਲਾਂ ਨੌਜਵਾਨ ਇਹਨਾਂ ਗੋਲੀਆਂ ਨਾਲ ਮਾਰ ਕੇ ਖਪਾਤੇ। ਇਹ ਉਹ ਇਲਾਕਾ ਹੈ ਜਿੱਥੋਂ ਸਾਡਾ ਵੀ ਪਿੰਡ ਕੋ ਬਹੁਤੀ ਦੂਰ ਨਹੀਂ। ਇਸ ਇਲਾਕੇ ਦੇ ਵਿੱਚ ਹਰ ਪਿੰਡ ਦੇ ਵਿੱਚ 5, 7, 10 ਨੌਜਵਾਨ ਐਸੇ ਸੀ ਜਿਹੜੇ ਪੁਲਿਸ ਨੇ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਮਾਰੇ ਉਸ ਮੌਕੇ ਦੀ ਹਕੂਮਤ ਨੇ। ਅੱਜ ਇਹੋ ਹੀ ਇਲਾਕਾ, ਇਸ ਇਲਾਕੇ 'ਚ ਹਰ ਪਿੰਡ 'ਚ 15, 20 ਨੌਜਵਾਨ ਦੁੱਗਣੇ ਘੱਟੋ ਘੱਟ ਨਸ਼ੇ ਦੀ ਭੇਟ ਚੜ ਗਏ ਨੇ। ਤੋ ਜਿਹੜੇ ਬੰਦੇ ਇਹ ਸਵਾਲ ਕਰਦੇ ਨੇ
ਵੀ ਭਾਈ ਤੁਹਾਡੀ ਨਸਲਕੁਸ਼ੀ ਹੁਣ ਹੋ ਨਹੀਂ ਰਹੀ, ਦਿਖਾਓ ਸਾਨੂੰ। ਦੇਖੋ ਨਸਲਕੁਸ਼ੀ ਕੱਲੀ ਗੋਲੀ ਨਾਲ ਨਹੀਂ ਵਾਪਰਦੀ, ਗੋਲੀ ਦੀ ਆਵਾਜ਼ ਹੁੰਦੀ ਹੈ, ਹਕੂਮਤ ਨੂੰ ਜਵਾਬਦੇਹ ਬਣਨਾ ਪੈਂਦਾ। ਭਾਈ ਖਾਲੜੇ ਦੀ ਸ਼ਹਾਦਤ ਤੋਂ ਬਾਅਦ ਹਕੂਮਤ ਨੇ ਪੈਤਰਾ ਬਦਲ ਲਿਆ। ਉਹਨੇ ਕਿਹਾ ਵੀ ਇਹਨਾਂ ਨੂੰ ਗੋਲੀਆਂ ਨਾਲ ਮਾਰਾਂਗੇ, ਸ਼ਹੀਦ ਬਣਨਗੇ। ਜਿੱਥੇ ਸ਼ਹੀਦ ਦਾ ਲਹੂ ਡੁੱਲੂ ਉੱਥੇ ਅਨੇਕਾਂ ਸ਼ਹੀਦ ਪੈਦਾ ਹੋਣਗੇ। ਇਹਨਾਂ ਨੂੰ ਐਸੇ ਕੰਮ ਤੇ ਲਾ ਦਿਓ ਵੀ ਇਹ ਆਪ ਹੀ ਮਰ ਜਾਣ। ਪਹਿਲਾਂ ਸਾਡੇ 'ਚ ਗੰਦੇ ਗੀਤ ਗਵਾਉਣ ਲਈ ਆਪਰੇਸ਼ਨ ਨਾਈਟ ਡੋਮੀਨੈਂਸ ਚਲਾਇਆ। ਉਹਦੇ 'ਚ KPS ਗਿੱਲ ਨੇ ਆਪ ਜਾ ਕੇ ਖਵਾੜੇ ਲਾਏ, ਪੁਲਿਸ ਦੀ ਛਾਉਣੀ ਬਣਾ ਕੇ, ਪੁਲਿਸ ਦੀ ਛਤਰਛਾਇਆ 'ਚ, ਤੇ ਫਿਰ ਉਹਨਾਂ ਗਾਣਿਆਂ ਤੇ ਸਾਨੂੰ ਨੱਚਣ ਲਾਇਆ। ਸਾਡਾ ਅਜੇ ਤਾਜ਼ਾ ਕਤਲੇਆਮ ਹੋ ਕੇ ਹਟਿਆ ਸੀ। ਲੱਖਾਂ ਨੌਜਵਾਨ ਅਸੀਂ ਆਪਣੇ ਸ਼ਹੀਦ ਕਰਾ ਕੇ ਤੇ ਨਾਲ ਦੀ ਨਾਲ ਅਸੀਂ ਗਾਣੇ ਗਾਉਣ ਲੱਗ ਪਏ। ਉਸ ਤੋਂ ਬਾਅਦ 'ਚ ਸਾਡੇ ਤੇ ਨਸ਼ਿਆਂ ਦਾ ਜ਼ੋਰ ਚੱਲਿਆ। ਨਸ਼ੇ ਤੁਸੀਂ ਦੱਸੋ, ਗੁਜਰਾਤ ਦੇ ਲੋਕ ਨਸ਼ੇ ਕਿਉਂ ਨਹੀਂ ਕਰਕੇ ਮਰਦੇ? ਹਰਿਆਣੇ ਦੇ ਕਿਉਂ ਨਹੀਂ ਕਰਦੇ ਨਸ਼ੇ ਲੋਕ? ਦਿੱਲੀ ਦੇ ਕਿਉਂ ਨਹੀਂ ਕਰਦੇ? ਪੰਜਾਬ ਦੇ ਨੌਜਵਾਨ ਹੀ ਕਿਉਂ ਨਸ਼ਿਆਂ ਤੇ ਲੱਗੇ ਆ? ਇੱਥੇ ਬੜੀ ਤਰੀਕੇ ਨਾਲ, ਬੜੀ ਪਲੈਨਿੰਗ ਨਾਲ ਇਹ ਨਸ਼ਾ ਲੈ ਕੇ ਆਂਦਾ। ਸਾਡੀ ਅਸੀਂ ਉੱਥੇ ਬੇਨਤੀ ਕੀਤੀ ਸੀ ਵੀ ਆਓ ਜਿਹਨੇ ਨਸ਼ੇ ਛੱਡਣੇ ਆ, 13 ਸਾਲ ਦੇ 14 ਸਾਲ ਦੇ ਨੌਜਵਾਨ ਮੁੰਡੇ ਉੱਥੇ ਆ। ਹੁਣ ਤੁਸੀਂ ਮੈਨੂੰ ਦੱਸੋ ਵੀ ਹਕੂਮਤ ਕਹਿੰਦੀ ਹੈ, ਕਿਸੇ ਵੇਲੇ ਕਈ ਤਰਕ ਦੇਣ ਵਾਲੇ ਕਹਿ ਦਿੰਦੇ ਆ ਵੀ ਕਿਹੜਾ ਕੋਈ ਨਸ਼ਾ ਤੁਹਾਡੇ ਮੂੰਹ 'ਚ ਪਾ ਕੇ ਜਾਂਦਾ। ਪਰ ਮੈਂ ਇਹਨਾਂ ਨੂੰ ਪੁੱਛਦਾ ਵੀ ਜੇ ਨਸ਼ਾ ਕੋਈ ਮੂੰਹ 'ਚ ਪਾ ਕੇ ਨਹੀਂ ਜਾਂਦਾ, ਬੰਦਾ ਆਪਣੀ ਮਰਜ਼ੀ ਨਾਲ ਕਰਦਾ, ਤੁਸੀਂ ਸਾਰਿਆਂ ਨੂੰ ਹਥਿਆਰ ਕਿਉਂ ਨਹੀਂ ਵੰਡ ਦਿੰਦੇ? ਫਿਰ ਆਪਣੀ ਮਰਜ਼ੀ ਨਾਲ ਹਥਿਆਰਾਂ ਦੀ ਕੋਈ ਦੁਰਵਰਤੋਂ ਕਰੂਗਾ? ਕਿਹੜਾ ਕੋਈ ਕਿਸੇ ਨੂੰ ਸਿਖਾ ਜਾਂਦਾ? ਜਦੋਂ ਕਿਉਂਕਿ ਹਕੂਮਤ ਨੂੰ ਪਤਾ ਹੈ ਹਥਿਆਰ ਹਕੂਮਤ ਦੇ ਉਲਟ ਚੱਲ ਸਕਦਾ ਹੈ, ਨਸ਼ਾ ਉਹਨਾਂ ਦੇ ਪੱਖ 'ਚ ਚੱਲਦਾ। ਨਸ਼ਾ ਹਕੂਮਤ ਦੀ ਛਤਰਛਾਇਆ 'ਚ ਵਿਕਦਾ, ਹਥਿਆਰ ਹਕੂਮਤ ਨੂੰ ਡਰਾਉਂਦੇ ਨੇ। ਇਸ ਕਰਕੇ ਉਹਨੇ ਪਾਬੰਦੀ ਲਾਈ। ਨਜਾਇਜ਼ ਹਥਿਆਰ ਜਿੰਨੇ ਮਰਜ਼ੀ ਲਈ ਜਾਓ ਉਹਨਾਂ ਦੇ ਭਾਅ ਤੁਸੀਂ ਇੱਥੇ। ਉਹ ਕਹਿੰਦੇ ਤੁਹਾਡੇ ਲਾਇਸੈਂਸ ਹੀ ਨਹੀਂ ਰਹਿਣ ਦੇਣੇ। ਪਰ ਮੈਂ ਇੱਕ ਗੱਲ ਹਕੂਮਤ ਨੂੰ ਵੀ ਕਹਿ ਦਿੰਦਾ, ਲਾਇਸੈਂਸ ਕਿਹਨੇ ਦੇਣਾ ਸਾਨੂੰ? ਕਲਗੀਆਂ ਵਾਲੇ ਨੇ ਦੇਣਾ ਲਾਇਸੈਂਸ। ਉਸ ਦੇ ਲਾਇਸੈਂਸ ਤੋਂ ਵੱਡਾ ਕਿਸੇ ਕੋਲ ਲਾਇਸੈਂਸ ਹੈਗਾ? ਉਹਨੇ 4 ਪੁੱਤਰ ਵਾਰ ਕੇ ਤੇ ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਧ ਚਾਰ ਮੋਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਸਾਨੂੰ ਲਾਇਸੈਂਸ ਦੇਈ ਬੈਠਾ ਵੀ ਸ਼ਸਤਰਾਂ ਤੋਂ ਬਿਨਾਂ ਦਿਦਾਰੇ ਨਹੀਂ ਦੇਣੇ। ਕਿਸੇ ਹਕੂਮਤ ਦੇ ਲਾਇਸੈਂਸ ਦੀ ਸਾਨੂੰ ਲੋੜ ਨਹੀਂ। ਤੇ ਜੇ ਹਕੂਮਤ ਚਾਹੁੰਦੀ ਹੈ ਵੀ ਸਿੱਖ ਸਹੀ ਰਾਹ ਤੇ ਤੁਰਨ, ਸਿੱਖ ਕੋਈ ਐਸਾ ਕੰਮ ਨਾ ਕਰਨ ਜਿਹੜੇ ਕੰਮ 'ਚ ਬਾਅਦ 'ਚ ਇਹਨਾਂ ਨੇ ਪਿੱਟ ਸਿਆਪਾ ਕਰਨਾ ਵੀ ਸਾਡੀ ਸ਼ਾਂਤੀ ਭੱਜ ਗਈ, ਸ਼ਾਂਤੀ ਕਿਤੇ ਹੋਰ ਨਿਕਲ ਗਈ ਹੈ, ਉਹ ਹਕੂਮਤ ਆਪੇ ਹੀ ਬਾਜ ਆ ਜਾਵੇ। ਇਹ ਜਿਹੜੇ ਸ਼ਸਤਰ ਨੇ ਮਜਲੂਮ ਦੀ ਰਾਖੀ ਲਈ ਨੇ, ਜਿਹੜੇ ਪੁਲਿਸ ਸ਼ਸਤਰ ਲਈ ਫਿਰਦੀ ਹੈ, ਕਿੰਨੇ ਜਿਹੜੇ ਨਿਰਦੋਸ਼ ਬੰਦੇ ਨੇ ਇਹਨਾਂ ਨੇ ਭੇਟ ਚੜਾਏ ਨੇ। ਜੇ ਬੰਦ ਕਰਨੇ ਆ ਤੇ ਪਹਿਲਾਂ ਇਹਨਾਂ ਲੀਡਰਾਂ ਦੀ ਸਿਕਿਉਰਿਟੀ ਵਾਪਸ ਲਾਓ। ਇਹਨਾਂ ਮੁੱਖ ਮੰਤਰੀ ਆਪਣੀ ਸਿਕਿਉਰਿਟੀ ਵਾਪਸ ਦਵੇ, ਜਿਹੜਾ 800-900 ਬੰਦਾ ਲਈ ਫਿਰਦਾ ਨਾਲ। ਇਹ ਜਿਹੜੇ ਸਿੱਖਾਂ ਨੂੰ ਗਾਲਾਂ ਕੱਢਣ ਵਾਲੇ ਨੇ, ਇਹਨਾਂ ਨੂੰ 20-20 ਗਨਮੈਨ ਦਿੱਤੇ ਨੇ। ਇਹ ਕਿਹਦੇ ਪੈਸੇ ਦੇ ਨੇ? ਲੋਕਾਂ ਦੇ ਪੈਸੇ ਦੇ ਉੱਤੇ ਸਾਡੀਆਂ ਜੇਬਾਂ 'ਚੋਂ ਟੈਕਸ ਜਾਵੇ। ਸਾਡੀਆਂ ਜੇਬਾਂ 'ਚੋਂ ਟੈਕਸ ਜਿੱਥੇ ਜਾ ਰਿਹਾ ਉੱਥੇ ਜਾਵੇ ਕਿੱਥੇ? ਉਹਨਾਂ ਲੋਕਾਂ ਦੇ ਗਨਮੈਨਾਂ ਨੂੰ ਤਨਖਾਹਾਂ ਮਿਲਣ ਜਿਹੜੇ ਲੋਕ ਦਿਨ ਰਾਤ ਕਹਿੰਦੇ ਵੀ 2% ਸਿੱਖ ਨੇ, ਇਹਨਾਂ ਨੂੰ ਮਸਲ ਦਿਆਂਗੇ, ਮਾਰ ਦਿਆਂਗੇ। ਸੋ ਇਸ ਕਰਕੇ ਜੇ ਅਵੇਸਲੇ ਹੋ ਕੇ ਬਹਿਣਾ, ਮੈਂ ਕੱਲ ਵੀ ਇੱਕ ਗੱਲ ਕਹੀ ਸੀ, ਜਿੱਦਾਂ ਦੇ ਸਾਡੇ ਹਾਲਾਤ ਨੇ ਖਾਲਸਾ ਜੀ, ਆਪਾਂ ਇੱਕ ਕੰਮ ਕਰੀਏ। ਜੇ ਤੇ ਗੁਰੂ ਕੇ ਸਿੱਖ ਬਣਨਾ, ਜੇ ਤੇ ਗੁਰੂ ਦੇ ਲੜ ਲੱਗਣਾ, ਜੇ ਤੇ ਸੀਸ ਤਲੀ ਤੇ ਧਰਨਾ, ਜੇ ਤੇ ਇਹ ਬਚਨਾਂ ਤੇ ਪਹਿਰਾ ਦੇਣਾ, ਪਹਿਲਾ ਮਰਨ ਕਬੂਲ ਜੀਵਨ ਕੀ ਛਡਾਸ ਹੋ ਸਭਨਾ ਕੀ ਰੇਣੁਕਾ ਤੋਂ आओ हमारे पास। ਜੇ ਇਹਨਾਂ ਬਚਨਾਂ ਤੇ ਪਹਿਰਾ ਦੇਣਾ ਤੇ ਫਿਰ ਤੇ ਭਾਈ ਤਿਆਰੀ ਕਰ ਲੋ। ਸਮਾਂ ਕੋ ਬਹੁਤਾ ਨਹੀਂ। ਮੈਂ ਕੋਈ ਗੋਲ ਮੱਲਾ ਗੱਲਾਂ ਕਰਨ ਵਾਲਾ ਜਾਂ ਝੂਠ ਬੋਲਣ ਵਾਲਾ ਬੰਦਾ ਨਹੀਂ ਹੈਗਾ। ਨਾ ਮੈਂ ਬੋਲਿਆ, ਨਾ ਮੈਂ ਕੋਈ ਬੋਲਿਆ ਜਾਣਾ ਹੈ। ਸਮਾਂ ਕੌਮ ਤੇ ਆ ਰਿਹਾ ਬੜਾ ਭਿਆਨਕ। ਜਿਹੋ ਜਿਹੇ ਹਾਲਾਤ ਨੇ, ਜੋ ਕੁਝ ਦਿੱਲੀ ਵਾਪਰਿਆ ਸੀ, ਅਸੀਂ ਸਮਝਦੇ ਸੀ ਵੀ ਦਿੱਲੀ ਦੇ ਸਿੱਖਾਂ ਨੇ ਸ਼ਸਤਰ ਤਿਆਗ ਦਿੱਤੇ ਤਾਂ ਵਾਪਰਿਆ। ਤੇ ਸਾਡੇ ਕੋ ਦੱਸੋ, ਤੁਸੀਂ ਮੈਨੂੰ ਦੱਸੋ ਹੱਥ ਖੜਾ ਕਰਕੇ, ਮਹਾਰਾਜ ਦੀ ਹਜ਼ੂਰੀ ਚ ਆਏ ਜੋ ਸਤਿਗੁਰ ਸੱਚੇ ਪਾਤਸ਼ਾਹ ਦਾ ਬਚਨ ਹੈ ਵੀ ਮੇਰੇ ਦਰਸ਼ਨਾਂ ਨੂੰ ਨਾ ਸ਼ਸਤਰ ਲੈ ਕੇ ਆਉਣਾ। ਤੇ ਤੁਹਾਡੇ ਚੋਂ ਕਿੰਨੇ ਸਿੱਖ ਨੇ ਜਿਹੜੇ ਸ਼ਸਤਰ ਲੈ ਕੇ ਨਾਲ ਆਏ? ਨਿਹੱਥੇ ਹੋ ਕੇ ਗੁਰੂ ਦੀ ਹਜ਼ੂਰੀ ਚ ਆਏ ਆ, ਨਿਹੱਥੇ ਹੋ ਕੇ ਗੁਰੂ ਦੀ ਹਜ਼ੂਰੀ ਚ ਆ ਗਏ ਆ ਤੇ ਨਿਹੱਥੇ ਹੋ ਕੇ ਸੜਕਾਂ ਤੇ ਤੁਰੇ ਫਿਰਦੇ ਆ। ਕੋਈ ਆਣ ਕੇ ਸਾਡੀ ਪੱਗ ਲਾ ਜਾਂਦਾ, ਕੋਈ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਨੂੰ ਹੱਥ ਪਾ ਜਾਂਦਾ। ਅੱਜ ਕੱਲ ਹਾਲਾਤ ਇਹ ਹੋ ਗਏ ਵੀ ਇੱਥੇ ਜਿਹੜੇ ਪ੍ਰਵਾਸੀ ਰਹਿੰਦੇ ਨੇ ਨਾ, ਉਹ ਸਾਡੀਆਂ ਧੀਆਂ ਭੈਣਾਂ ਨੂੰ ਗੰਦੀਆਂ ਨਜ਼ਰਾਂ ਨਾਲ ਵੇਖਣ ਲੱਗ ਪਏ।
ਇਹ ਪ੍ਰਤੱਖ ਹੋ ਗਿਆ ਹੁਣ। ਤੇ ਕਦੋਂ ਇੰਤਜ਼ਾਰ ਕਦੋਂ ਤੱਕ ਕਰਨਾ ਹੈ ਵੀ ਜਦੋਂ ਆ ਕੇ ਗਲਮੇ ਨੂੰ ਹੱਥ ਪਾ ਲੈਣਗੇ ਉਦੋਂ ਕਰਨਾ ਕੁਛ। ਸੋ ਜੇ ਤੇ ਇਹ ਕੰਮ ਕਰਨਾ ਹੈ ਫਿਰ ਤੇ ਤਿਆਰੀ ਕਰ ਲੋ। ਖੰਡੇ ਬਾਟੇ ਕੀ ਪੌਲ ਛਕੋ। ਖੰਡੇ ਬਾਟੇ ਕੀ ਪੌਲ ਛਕ ਕੇ ਇਹ ਪਹਿਲਾਂ ਆਪਾਂ ਇੱਕ ਜਿਹੜੀ ਹੈ ਪ੍ਰਣ ਕਰਨਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ 5 ਪਿਆਰਿਆਂ ਦੇ ਅੱਗੇ ਕਰੀਦਾ ਵੀ ਜੇ ਲੋੜ ਪਈ ਧਰਮ ਨੂੰ ਤੇ ਸੀਸ ਅਸੀਂ ਦੇਵਾਂਗੇ, ਭਜਦੇ ਨਹੀਂ। ਤੇ ਤੁਸੀਂ ਮੈਨੂੰ ਦੱਸੋ ਅੱਜ ਧਰਮ ਨੂੰ ਲੋੜ ਨਹੀਂ? 40 ਮੁਕਤਿਆਂ ਨੂੰ ਬਦਾਵਾ ਲਿਖਿਆ ਸੀ ਉਹਨਾਂ ਨੇ। 40 ਮੁਕਤਿਆਂ ਨੇ ਜਦੋਂ ਬਦਾਵਾ ਲਿਖਿਆ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਰੱਖ ਦਿੱਤਾ ਬਦਾਵਾ। ਗੁਰੂ ਸਾਹਿਬ ਨੇ ਰੋਕਿਆ ਨਹੀਂ ਕਦੀ ਕਿਸੇ ਨੂੰ। ਇਹ ਨਾ ਸੋਚਿਓ ਜੇ ਗੁਰੂ ਨੇ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ ਤੇ ਖਨੀ ਗੁਰੂ ਨੂੰ ਕਿਹੜੀ ਗੱਲ ਦਾ ਘਾਟਾ ਪੈਣਾ ਸਾਡੇ ਤੋਂ ਬਗੈਰ। ਗੁਰੂ ਸਮਰੱਥ ਹੈ, ਅਕਾਲ ਪੁਰਖ ਰੂਪ ਹੈ, ਲੱਖਾਂ ਖਾਲਸੇ ਪੈਦਾ ਕਰਨ ਦੀ ਸਮਰੱਥਾ ਗੁਰੂ ਦੇ ਵਿੱਚ। ਖਿਣ ਦੇ ਵਿੱਚ ਕੋਈ ਲੰਮੇ ਧਾਮ ਜਾਮ ਦੀ ਲੋੜ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਨੇ ਬੜਾ ਪ੍ਰੇਮ ਖਾਲਸੇ ਨੂੰ ਕੀਤਾ, ਪਰ ਨਾਲ ਇਹ ਵੀ ਕਹਿਤਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਸੋ ਇਸ ਕਰਕੇ ਜੇ ਤੇ ਆਪਾਂ ਰੀਤ ਤੇ ਤੁਰਨਾ, ਗੁਰੂ ਸਾਹਿਬ ਦੀ ਚਲਾਈ ਹੋਈ ਰਹਿਤ ਤੇ ਰਹਿਣਾ, ਅੰਮ੍ਰਿਤਧਾਰੀ ਹੋਣਾ, ਫਿਰ ਤੇ ਸੰਘਰਸ਼ ਕਰਨਾ ਪੈਣਾ। ਅੱਜ ਅੰਮ੍ਰਿਤ ਦੀ ਪਰਿਭਾਸ਼ਾ ਕੀ ਹੈ? ਅੱਜ ਅੰਮ੍ਰਿਤ ਦੀ ਪਰਿਭਾਸ਼ਾ ਇਹ ਹੈ ਵੀ ਜਾਨ ਗੁਰੂ ਦੀ ਹੈ, ਇਹ ਉਹਨੇ ਜੀਵਨ ਬਖਸ਼ਿਆ ਤੇ ਜੇ ਉਹਦੇ ਸੰਘਰਸ਼ ਦੇ ਵਿੱਚ ਧਰਮ ਯੁੱਧ ਦੇ ਵਿੱਚ ਇਹ ਲੇਖੇ ਲੱਗ ਜਾਵੇ ਤੇ ਹੋਰ ਸਾਨੂੰ ਕਿਹੜੀ ਦਾਤ ਚਾਹੀਦੀ? ਮਹਾਰਾਜ ਕੀ ਕਹਿੰਦੇ ਅਵਰ ਵਾਸਨਾ ਨਾਹੇ ਪ੍ਰਭ ਧਰਮ ਯੁੱਧ ਕੇ ਚਾਹੇ। ਹੋਰ ਕੋਈ ਵਾਸਨਾ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਨੂੰ ਕੇਵਲ ਇੱਕੋ ਹੀ ਚਾਹ ਹੈ, ਧਰਮ ਯੁੱਧ ਦਾ ਚਾਹ। ਤੇ ਧਰਮ ਯੁੱਧ ਕਿਵੇਂ ਲੜਨਾ ਹੈ? ਇਹ ਕਾਹਦੇ ਨਾਲ ਲੜਨਾ? ਹੱਥ ਨਾਲ ਲੜੀ ਜਾਣਾ ਧਰਮ ਯੁੱਧ? ਹੱਥ 'ਚ ਕੋਈ ਸ਼ਸਤਰ ਨਹੀਂ ਚਾਹੀਦਾ। ਲੜਾਈ ਸ਼ਸਤਰਾਂ ਤੋਂ ਬਿਨਾਂ ਕਿਵੇਂ ਹੋ ਸਕਦੀ ਹੈ? ਤੇ ਜੇ ਤੁਹਾਨੂੰ ਇਹ ਭੁਲੇਖਾ ਹੈ ਵੀ ਲੜਾਈ ਹੋਣੀ ਕੋਈ ਨਹੀਂ ਜੀ, ਸਮਾਂ ਬਦਲ ਗਿਆ, ਸਮਾਂ ਕੋਈ ਨਹੀਂ ਬਦਲਿਆ। ਜਿਹੜੇ ਸਾਡੀ ਨਸਲਕੁਸ਼ੀ ਕਰਨਾ ਚਾਹੁੰਦੇ ਸੀ ਅੱਜ ਵੀ ਉਹ ਨਸਲਕੁਸ਼ੀ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ। ਅੱਜ ਛੋਟੀ ਮੋਟੀ ਕੋਈ ਲੜਾਈ ਹੋ ਜਾਵੇ ਸਿੱਖਾਂ ਦੀ, ਅਗਲੇ ਮਿੰਟ ਦੇ ਵਿੱਚ ਕਹਿੰਦੇ ਨੇ ਤੁਹਾਨੂੰ 84 ਚੇਤੇ ਕਰਾ ਦਿਆਂਗੇ। ਕਿਉਂ ਕਹਿੰਦੇ ਨੇ? ਕਿਉਂਕਿ ਉਹਨਾਂ ਨੇ 84 ਨੂੰ ਆਪਣੀ ਇੱਕ ਪ੍ਰਾਪਤੀ ਮੰਨ ਲਿਆ ਵੀ ਅਸੀਂ ਸਿੱਖਾਂ ਦੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ, ਇਹ ਸਾਡੀ ਪ੍ਰਾਪਤੀ ਹੈ। ਉਹ ਇਹ ਕਹਿੰਦੇ ਪ੍ਰਾਪਤੀ ਹੈ ਸਾਡੀ। ਸੋ ਅਸੀਂ ਵੇਖੋ ਵੀ ਜੇ ਤੇ ਰਵਾਇਤ ਤੇ ਤੁਰਨਾ ਹੈ, ਜੇ ਕਲਗੀਧਰ ਪਾਤਸ਼ਾਹ ਦਾ ਹੁਕਮ ਮੰਨਣਾ ਹੈ, ਸੀਸ ਤਲੀ ਤੇ ਧਰ ਕੇ ਯੁੱਧ ਲੜਨਾ ਹੈ, ਠੀਕ ਹੈ। ਨਹੀਂ ਤੇ ਜਿਹੜੇ ਆ ਨੋਟਾਂ ਨਾ ਸੁੱਟਿਆ ਕਰੋ ਗੁਰੂ ਸਾਹਿਬ ਦੇ ਅੱਗੇ। ਮਾਇਆ ਦੀ ਗੁਰੂ ਨੂੰ ਕੋਈ ਲੋੜ ਨਹੀਂ। ਬਦਾਵੇ ਲਿਖ ਕੇ ਲਿਆਓ, ਥੱਲੇ ਆਪਣੇ ਗੂਠੇ ਲਾ ਲਿਆਓ। ਜਿਹੜੇ ਪੜ੍ਹੇ ਲਿਖੇ ਨੇ ਉਹ ਸਾਈਨ ਕਰ ਦੇਣ ਆਪਣੇ, ਤੇ ਗੁਰੂ ਅੱਗੇ ਬਦਾਵਾ ਲਿਖ ਕੇ ਦੇ ਦਿਓ ਵੀ ਗੁਰੂ ਸਾਹਿਬ ਜੀ ਤੁਸੀਂ ਬੜੇ ਉੱਚੇ ਜੋ, ਅਸੀਂ ਨੀਚ ਲੋਕ ਆ, ਤੁਸੀਂ ਸਾਡੇ ਗੁਰੂ ਨਹੀਂ ਹੋ ਸਕਦੇ, ਸਾਡਾ ਕੋਈ ਨੀਚ ਗੁਰੂ ਬਣ ਜਾਵੇ। ਤੇ ਜੇ ਬਦਾਵਾ ਲਿਖਣਾ ਹੈ, ਬਦਾਵੇ ਲਿਖਣ ਦਾ ਜਗਾਰਾ ਛੱਡ ਦਿੰਦੇ। ਇਹ ਆਪਾਂ ਥੋੜੀ ਜਿਹੀ ਹੋਸ਼ ਕਰੀਏ ਵੀ ਜਗਾਰਾ ਕਿੱਥੇ ਛੱਡਣਾ। ਮੈਂ ਕਿਹਾ ਵੀ ਗੁਰੂ ਅੱਗੇ ਤੁਸੀਂ ਬਦਾਵਾ ਲਿਖ ਦਿਓ, ਤੁਸੀਂ ਜਗਾਰਾ ਛੱਡੀ ਜਾਂਦੇ ਜੀ। ਇਹ ਜਕਾਰੇ ਜਿਹੜੇ ਨੇ, ਜਕਾਰੇ ਯੁੱਧ ਦਾ ਨਾਰਾ ਹੈ। ਸਤਿ ਸ੍ਰੀ ਅਕਾਲ ਜਦੋਂ ਆਪਾਂ ਕਹਿੰਦੇ ਯੁੱਧ ਦਾ ਨਾਰਾ ਹੈ, ਤੇ ਯੁੱਧ ਲੜਨ ਨੂੰ ਹੋ ਸਕਦਾ ਹੁਣੇ ਕੋਈ ਗੱਲ ਬਣ ਜੇ ਤੇ ਆਪਾਂ ਕੋਈ ਇਧਰਲੀ ਕੰਧ ਟੱਪ ਜੇ, ਕੋਈ ਉਧਰਲੀ ਟੱਪ ਜੇ, ਲੱਭੇ ਕੋਈ ਨਾ ਇੱਥੇ। ਸੋ ਆਪਾਂ ਗੱਲ ਸੁਣਿਆ ਕਰੀਏ ਧਿਆਨ ਨਾਲ, ਗੱਲ ਕਿਹੜੀ ਹੋ ਰਹੀ ਹੈ ਖਾਲਸਾ ਜੀ, ਫੇਰ ਆਪਾਂ ਜਕਾਰਾ ਲਾਇਆ ਕਰੀਏ। ਜੇ ਗੁਰੂ ਨੂੰ ਬਦਾਵਾ ਲਿਖਣਾ ਹੈ ਤੇ ਫਿਰ ਇਹ ਤਰੀਕਾ ਹੈ, ਸਿਆਹੀ ਨਾਲ ਬਦਾਵਾ ਲਿਖਿਆ ਜਾਂਦਾ। 40 ਮੁਕਤਿਆਂ ਨੇ ਸਿਆਹੀ ਨਾਲ ਬਦਾਵਾ ਲਿਖ ਕੇ ਸਤਿਗੁਰ ਸੱਚੇ ਪਾਤਸ਼ਾਹ ਨੂੰ ਦੇ ਦਿੱਤਾ। ਤੇ ਜਦੋਂ ਸੰਸਾਰ ਦਾ ਮਿਹਣਾ ਵੱਜਾ ਮੁੜ ਕੇ ਆਏ, ਪਰ ਸਿਆਹੀ ਨਾਲ ਲਿਖਿਆ ਬਦਾਵਾ ਪਾੜਦਾ ਸਿਆਹੀ ਨਾਲ ਨਹੀਂ। ਫਿਰ ਉਹਨੂੰ ਪੜਵਾਉਣ ਵਾਸਤੇ ਖੂਨ ਡੋਲਣਾ ਪੈਂਦਾ। ਭਾਈ ਮਹਾ ਸਿੰਘ ਸ਼ਹੀਦੀ ਤੋਂ ਕੁਝ ਖਿਣ ਪਲ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਗੋਦੀ 'ਚ ਬਿਠਾ ਲਿਆ, ਸੀਸ ਗੋਦੀ 'ਚ ਰੱਖ ਲਿਆ ਤੇ ਪੁੱਛਿਆ ਭਾਈ ਮਹਾ ਸਿੰਘ ਕੋ ਆਖਰੀ ਮੰਗ, ਕੋ ਆਖਰੀ ਇੱਛਾ। ਉਹਨਾਂ ਕਹੇ ਸਤਿਗੁਰ ਸੱਚੇ ਪਾਤਸ਼ਾਹ ਤੁਸੀਂ ਇੱਕ ਕਿਰਪਾ ਕਰ ਦਿਓ, ਜਿਹੜਾ ਬਦਾਵਾ ਅਸੀਂ ਪਾਪੀਆਂ ਨੇ ਲਿਖ ਕੇ ਤੁਹਾਨੂੰ ਦੇ ਦਿੱਤਾ ਸੀ, ਅਸਾਂ ਕੋ ਭੁੱਖ ਨਹੀਂ ਜਰੀ ਗਈ, ਅਸਾਂ ਕੋ ਤੰਗੀ ਨਹੀਂ ਜਰੀ ਗਈ, ਅਸੀਂ ਤੁਹਾਨੂੰ ਬਦਾਵਾ ਲਿਖ ਕੇ ਦਿੱਤਾ ਤੇ ਸਾਡੇ ਸਾਹਮਣੇ ਬਦਾਵਾ ਪੜ੍ਹ। ਸਤਿਗੁਰ ਸੱਚੇ ਪਾਤਸ਼ਾਹ ਨੇ ਜੇਬ ਚੋਂ ਬਦਾਵਾ ਕੱਢਿਆ। ਗੁਰੂ ਸਾਹਿਬ ਦਾ ਪਰਿਵਾਰ ਵਿਛੜਿਆ, ਕਿੰਨਾ ਕੁਝ ਹੋਇਆ, ਸਰਸਾ 'ਚ ਬਹੁਤ ਕੁਝ ਰੁੜ ਗਿਆ, ਪਰ ਇੱਕ ਚੀਜ਼ ਸਤਿਗੁਰ ਸੱਚੇ ਪਾਤਸ਼ਾਹ ਨੇ ਨਹੀਂ ਰੁੜਨ ਦਿੱਤੀ, ਉਹ ਸੀ ਬਦਾਵਾ। ਆਪਣੀ ਹਿੱਕ ਨਾਲ ਲਾ ਕੇ ਰੱਖਿਆ, ਕਿਉਂਕਿ ਸਤਿਗੁਰੂ ਨੂੰ ਪਤਾ ਸੀ ਸੱਚੇ ਪਾਤਸ਼ਾਹ ਨੂੰ ਖੁਆਰ ਹੋਏ ਸਭ ਮਿਲੇਂਗੇ। ਇਹਨਾਂ ਨੇ ਮੁੜ ਕੇ ਆਉਣਾ, ਮੇਰੇ ਤੋਂ ਭੱਜ ਕੇ ਜਾਣਗੇ ਕਿੱਥੇ? ਸੋ ਤੁਸੀਂ ਮੈਨੂੰ ਦੱਸੋ ਵੀ ਇਸ ਸਤਿਗੁਰ ਸੱਚੇ ਪਾਤਸ਼ਾਹ ਤੋਂ ਭੱਜ ਸਕਦੇ ਤੁਸੀਂ ਕਿਤੇ?
ਇਹ ਦਾੜੀਆਂ ਮਨਾ ਕੇ, ਇਹ ਨਸ਼ੇ ਕਰਕੇ, ਸ਼ਰਾਬਾਂ ਪੀ ਕੇ, ਇਹ ਗੁਰੂ ਮਰਿਆਦਾ ਦੀ ਉਲੰਘਣਾ ਕਰਕੇ ਕਿੱਥੇ ਕਿ ਭੱਜ ਲੋ। ਇਹ ਭੱਜਿਆ ਨਹੀਂ ਜਾਂਦਾ। ਅਕਾਲ ਪੁਰਖ ਤੋਂ ਕੋਈ ਬੰਦਾ ਭੱਜ ਨਹੀਂ ਸਕਿਆ। ਇਹ ਉਹਦੀ ਰਜਾ ਹੀ ਹੈ ਵੀ ਅਸੀਂ ਭਟਕੇ ਫਿਰਦੇ ਹਾਂ, ਪਰ ਇਹ ਉਹਦੀ ਪ੍ਰੀਖਿਆ ਵੀ ਹੈ। ਇਸ ਮਾਇਆ ਰੂਪੀ ਸੰਸਾਰ ਦਾ ਉਹ ਮਾਲਕ ਹੈ, ਲੋਕ ਦਾ ਵੀ ਪਰਲੋਕ ਦਾ ਵੀ। ਉਹਨੇ ਇੱਥੇ ਮਾਇਆ ਦਾ ਜਾਲ ਫਸਾਇਆ, ਸਿੱਖ ਨੂੰ ਇੱਥੇ ਰੱਖਿਆ। ਤੇ ਸਿੱਖ ਦੀ ਪ੍ਰੀਖਿਆ ਕੀ ਹੈ? ਇਸ ਵਕਾਰਾਂ ਦੀ ਧਰਤੀ 'ਚ ਰਹਿ ਕੇ, ਇਸ ਮਾਇਆਧਾਰੀ ਸੰਸਾਰ 'ਚ ਵਿਚਰ ਕੇ, ਖਾਲਸਾ ਜੀ ਅਸੀਂ ਗੁਰੂ ਦਾ ਪੱਲਾ ਨਹੀਂ ਛੱਡਣਾ। ਤੇ ਅਸੀਂ ਕੀ ਕਰਦੇ ਹਾਂ? ਕਿਸੇ ਦੇ ਪੁੱਤ ਨੂੰ ਬੁਖਾਰ ਚੜ ਜਾਵੇ, ਉਹਨੂੰ ਗੁਰੂ ਤੋਂ ਭਰੋਸਾ ਨਹੀਂ ਰਹਿੰਦਾ, ਉਹ ਚੱਕਦਾ ਪਾਸਟਰ ਕੋਲ ਲੈ ਜਾਂਦੇ, ਪਾਸਟਰ ਦੀ ਅਰਦਾਸ ਪ੍ਰਵਾਨ ਹੋ ਜੂ। ਜਿਹੜਾ ਪੈਗੰਬਰ ਸੂਲੀ ਤੇ ਚੜ ਕੇ ਕਵੇ ਵੀ ਪਰਮਾਤਮਾ ਤੂੰ ਮੇਰਾ ਸਾਥ ਕਿਉਂ ਛੱਡ ਦਿੱਤਾ, ਉਸ ਪੈਗੰਬਰ ਦੇ ਕੋਲ ਤੁਹਾਡੀ ਅਰਦਾਸ ਪ੍ਰਵਾਨ ਹੋ ਜੂ। ਤੇ ਜੇ ਹੁੰਦੀ ਹੈ ਤੇ ਸਾਡੇ ਵੀ ਕੋ ਕਰਾ ਦਿਓ, ਤੇ ਜੇ ਨਹੀਂ ਹੁੰਦੀ ਤੇ ਫਿਰ ਤੁਸੀਂ ਦੱਸੋ ਵੀ ਜਿਨੇ ਤਤੀ ਤਵੀ ਤੇ ਬੈਠ ਕੇ ਕਿਹਾ ਤੇਰਾ ਭਾਣਾ ਮੀਠਾ ਲਾਗੇ, ਜਿਨੇ ਸੀਸ ਕਟਾਉਂਦਿਆਂ ਕਿਹਾ ਰਾਮ ਗਿਓ ਰਾਵਣ ਗਿਓ ਜਾਕਾ ਬਹੁ ਪਰਿਵਾਰ, ਇਤੋਂ ਸਾਰਿਆਂ ਨੇ ਚਲ ਜਾਣਾ। ਉਹ ਅਰਦਾਸ ਪ੍ਰਵਾਨ ਕਰ ਸਕਦਾ ਅਕਾਲ ਪੁਰਖ ਰੂਪ ਕਿ ਕੋਈ ਪੈਗੰਬਰ ਜਿਹੜਾ ਕੇਵਲ ਪੈਗਾਮ ਦੇਣ ਆਇਆ, ਜਿਹਦੇ ਕੋਲ ਆਪਣਾ ਕੋਈ ਗਿਆਨ ਨਹੀਂ, ਜਿਹਨੂੰ ਫਰਿਸ਼ਤੇ ਆਣ ਕੇ ਕੰਨ 'ਚ ਦੱਸ ਦਿੰਦੇ, ਸੰਸਾਰ ਨੂੰ ਸੁਣਾ ਦਿੰਦਾ ਹੈ, ਜਿਹੜਾ ਆਪ ਤੁਰਕੀ ਬਾਣੀ ਦਾ ਮਾਲਕ ਹੈ, ਰਚਨਾ ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ ਮਟਾਈ। ਹੁਣ ਤੁਸੀਂ ਦੱਸੋ ਅਰਦਾਸ ਕਿਹਦੇ ਅੱਗੇ ਕਰਨੀ? ਜੇ ਅਰਦਾਸ ਇਸ ਸਤਿਗੁਰ ਸੱਚੇ ਪਾਤਸ਼ਾਹ ਅੱਗੇ ਕਰਨੀ ਹੈ ਤੇ ਫਿਰ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਰੋ। ਦਸਵੇਂ ਪਾਤਸ਼ਾਹ ਨੇ ਜਦੋਂ ਚਾਲੇ ਪਾਉਣੇ ਸੀ ਸੰਸਾਰ ਤੋਂ, ਜਿਹੜਾ ਦੇਹ ਰੂਪੀ ਸਰੀਰ ਸੀ, ਉਹਨਾਂ ਨੇ ਪਰਿਕਰਮਾ ਕੀਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤੇ ਭਜਨ ਕੀਤੇ। ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਤੁਸੀਂ ਮੈਨੂੰ ਦੱਸੋ ਖਾਲਸਾ ਜੀ, ਕਿੰਨਿਆਂ ਨੂੰ ਲੱਗਦਾ ਹੈ ਵੀ ਇੱਕ ਕਲਗੀਧਰ ਪਾਤਸ਼ਾਹ ਆਪ ਬਿਰਾਜਮਾਨ? ਆਪਣੇ ਦਿਲ ਤੋਂ ਸਵਾਲ ਕਰੋ। ਤੇ ਜੇ ਨਹੀਂ ਲੱਗਦਾ ਤੇ ਫਿਰ ਗੁਰੂ ਨਾਲ ਪ੍ਰੇਮ ਸਾਡਾ ਝੂਠਾ ਹੈ। ਤੇ ਜੇ ਇਹ ਲੱਗਦਾ ਵੀ ਕਲਗੀਧਰ ਪਾਤਸ਼ਾਹ ਆਪ ਵਿਰਾਜਮਾਨ ਨੇ, ਫਿਰ ਮੈਨੂੰ ਦੱਸੋ ਵੀ ਇਹਨੂੰ ਛੱਡ ਕੇ ਜਾਣ ਨੂੰ ਜੀ ਕਰੂ? ਫਿਰ ਇਹ ਜੀ ਕਰੂਗਾ ਵੀ ਮੇਰੇ ਵਰਗਾ ਦੁੱਖੀ ਦਾ ਬੰਦਾ ਇੱਥੇ ਆਵੇ ਤੇ ਆਪਾਂ ਹੇੜਾਂ ਦੀਆਂ ਬਣ ਕੇ ਹੇੜਾਂ ਉਹਦੇ ਪਿੱਛੇ ਤੁਰੇ ਪਈਏ? ਤੇ ਇਹ ਚੇਤਾ ਹੀ ਨਾ ਰੱਖੀਏ ਵੀ ਸਤਿਗੁਰ ਸੱਚੇ ਪਾਤਸ਼ਾਹ ਆਪ ਤਖਤ ਤੇ ਬੈਠੇ। ਸੋ ਇਸ ਕਰਕੇ ਮੈਂ ਅੱਗੇ ਵੀ ਬੇਨਤੀ ਕੀਤੀ ਸੀ, ਮੇਰੇ ਬਿਨਾ ਕੋਈ ਮੱਸਿਆ ਲੱਗਣੋਂ ਬੰਦ ਨਹੀਂ ਹੋਣੀ। ਇਹ ਭੁਲੇਖਾ ਕਦੀ ਮਨ 'ਚ ਨਹੀਂ ਰੱਖਣਾ ਵੀ ਬੜੇ ਚਿਰਾਂ ਬਾਅਦ ਸਾਨੂੰ ਕੋਈ ਮਿਲਿਆ ਜੀ ਜਿਹੜਾ ਸਾਡੀ ਗੱਲ ਕਰਦਾ ਹੈ। ਇਹ ਕਿਹਨੇ ਦਿੱਤਾ ਤੁਹਾਨੂੰ? ਜੋ ਕੁਝ ਮੈਂ, ਮੇਰੇ 'ਚ ਹਜ਼ਾਰਾਂ ਕਮੀਆਂ ਨੇ, ਲੱਖਾਂ ਔਗਣ ਨੇ ਸਾਡੇ ਵਿੱਚ ਹੈ। ਹੁਣ ਤੁਸੀਂ ਦੱਸੋ ਵੀ ਜੇ ਮੈਂ ਜਿੱਦਾਂ ਦਾ ਵੀ, ਜੇ ਤੁਹਾਨੂੰ ਪ੍ਰਵਾਨ ਆ, ਤੇ ਮੈਂ ਇਹ ਕਹਿਣਾ ਵੀ ਮੈਂ ਇਸ ਦਰ ਦਾ ਕੁਕਰਿਆ, ਤੇ ਜੇ ਤੁਸੀਂ ਮੈਨੂੰ ਪ੍ਰੇਮ ਕਰਦੇ ਹੋ ਤੇ ਮੇਰੀ ਪਹਿਲੀ ਮੰਗ ਤੁਹਾਡੇ ਕੋਲ ਇਹ ਆ ਵੀ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨ ਫੜ ਲਓ। ਇਹ ਮਾਫੀ ਮੰਗ ਲਈ ਆਪਾਂ ਸਾਰੇ ਰਲ ਕੇ ਵੀ ਗੁਰੂ ਸਾਹਿਬ ਜਨਮਾਂ ਜਨਮਾਂ ਦੇ ਭਟਕੇ ਆ, ਕਿਰਪਾ ਕਰੋ ਤੁਸੀਂ ਸਾਨੂੰ ਲੇਖੇ ਲਾ ਦਿਓ ਆਪਣੇ ਚਰਨਾਂ 'ਚ। ਤੇ ਇਹ ਜੀਵਨ ਦਾ ਕੋਈ ਪਤਾ ਨਹੀਂ। ਤੁਹਾਡੇ ਕਈ ਸੱਜਣ ਮਿੱਤਰ ਜਿਹੜੇ ਨਸ਼ਿਆਂ 'ਚ ਮਰ ਗਏ ਨੇ, ਪਤਾ ਹੀ ਹੈ ਨਾ ਸਾਰਿਆਂ ਨੂੰ। ਕਈ ਐਕਸੀਡੈਂਟਾਂ 'ਚ ਮਾਰੇ ਗਏ, ਕਈ ਬਿਮਾਰੀਆਂ ਨਾਲ ਮਾਰੇ ਗਏ, ਤੇ ਮੌਤ ਤੇ ਆਉਣੀ ਆਉਣੀ ਹੈ ਤਾਂ ਬੜਾ ਭੈ ਮੰਨੀ ਫਿਰਦੇ ਅਸੀਂ। ਸਾਨੂੰ ਐਂ ਲੱਗਦਾ ਵੀ ਦੁਨੀਆ ਦੇ ਵਿੱਚ ਜੇ ਬਚ ਕੇ ਰਹੀਏ ਤੇ ਫੇਰ ਹੋ ਸਕਦਾ ਮੌਤ ਨਾ ਆਵੇ। ਕੋਈ ਹੈਗਾ ਐਸਾ ਬੰਦਾ ਜਿਹੜਾ 200-400 ਸਾਲ ਤੋਂ ਬੈਠਾ ਹੋਵੇ ਕਿਤੇ ਤੈਨੂੰ ਮੌਤ ਨਾ ਆਈ ਹੋਵੇ? ਇਹਨੇ ਲੱਭ ਲੈਣਾ। ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਾ ਕੋਈ। ਇੱਥੇ ਪਰਬਤ ਨਹੀਂ ਬਜਣੇ, ਧਰਤੀਆਂ ਨਹੀਂ ਬਜਣੀਆਂ, ਤੇ ਸਰੀਰ ਕਿਹਦੀ ਨਹੀਂ ਆਈ। ਇਹ ਸਾਰਾ ਕੁਝ ਨਾਸ਼ਵਾਨ ਹੈ, ਇਹਨੇ ਨਾਸ਼ ਹੋਣਾ ਹੈ। ਤੇ ਜੇ ਨਾਸ਼ਵਾਨ ਚੀਜ਼ ਨੂੰ ਬਚਾਉਣ ਲੱਗਿਆ, ਧਰਮ ਜਿਹੜਾ ਅਕਾਲ ਰੂਪ ਹੈ, ਜਿਹੜਾ ਸਮੇਂ ਦੇ ਗੇੜ 'ਚ ਨਹੀਂ, ਉਹਨੂੰ ਵੇਚ ਹੀ ਦਿੱਤਾ, ਉਹਦਾ ਸਮਝੌਤਾ ਹੀ ਕਰ ਲਿਆ, ਗੁਲਾਮੀ ਬਰਦਾਸ਼ਤ ਕਰ ਲਈ ਸਿੱਖ ਨੇ। ਤੇ ਫਿਰ ਤੁਸੀਂ ਦੱਸੋ ਵੀ ਸਾਡੇ ਪੱਲੇ ਕੀ ਰਹਿ ਗਿਆ? ਫਿਰ ਗੁਰੂ ਨੂੰ ਗੁਰੂ ਆਖੀ ਜਾਣਾ, ਉਹਦੇ ਅੱਗੇ ਮੱਥੇ ਟੇਕੀ ਜਾਣੇ, ਅਰਦਾਸਾਂ ਕਰਾਈ ਜਾਣੀਆਂ। ਜੇ ਅਰਦਾਸ ਕਰਾਉਣੀ ਹੋਵੇ ਗੁਰੂ ਦੇ ਅੱਗੇ ਤੇ ਫਿਰ ਆ ਜਾਈਦਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਡੀ ਆਹ ਮੰਗ ਪ੍ਰਵਾਨ ਕਰ ਦਿਓ। ਤੇ ਤੁਸੀਂ ਮੈਨੂੰ ਇਹ ਦੱਸੋ ਵੀ ਗੁਰੂ ਨੇ ਇੱਕ ਜਿਹੜਾ ਹੁਕਮ ਕੀਤਾ, ਹੁਕਮ ਜਿਹੜਾ ਹੈ ਉਹ ਤੋਂ ਬਾਹਰ ਜਾਇਆ ਜਾ ਸਕਦਾ? ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਸੋ ਅਸੀਂ ਜੇ ਹੁਕਮ 'ਚ ਨਹੀਂ ਵੱਜਣਾ ਉਹਦੇ 'ਚ, ਫਿਰ ਅਰਦਾਸਾਂ ਕਿਉਂ ਕਰਦੇ? ਸੋ ਨੌਜਵਾਨੋ, ਇੱਕ ਤਹਈਆ ਕਰੋ। ਅੱਜ ਸਵੇਰੇ ਉਸ ਧਰਤੀ ਤੇ ਹਰ ਐਤਵਾਰ ਅੰਮ੍ਰਿਤ ਸੰਚਾਰ ਹੁੰਦਾ, ਜਿੱਥੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਹੱਥੀਂ ਅੰਮ੍ਰਿਤ ਸੰਚਾਰ ਕਰਵਾਇਆ।
ਜਿੱਥੇ ਹੱਥੀ ਸਿੱਖ ਬਣਾਏ, ਅੱਜ ਵੀ ਜਿਨ੍ਹਾਂ ਨੂੰ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਲਿਆਂ ਨੇ ਹੱਥੀ ਤੇਗ ਪਹਿਨਾਈ, ਅਮਰ ਸੰਚਾਰ ਤੋਂ ਪਹਿਲਾਂ ਕਕਾਰ ਪਹਿਨਾਏ, ਉਹ ਅੱਜ ਵੀ ਛਾਤੀਆਂ ਨਾਲ ਲਾ ਕੇ ਬੈਠੇ ਨੇ ਵੀ ਇਹ ਸੰਤਾਂ ਨੇ ਸਾਨੂੰ ਦਿੱਤੀ ਸੀ। ਜੇ ਇੰਨਾ ਪ੍ਰੇਮ ਕਰਦੇ ਜੋ ਤੇ ਫਿਰ ਇਦਾਂ ਕਰਨਾ ਹੈ। ਜਿਹੜੇ ਇਹ ਸਾਡੇ ਰੂਪ ਨੇ, ਇਹ ਕਲਗੀਧਰ ਨੂੰ ਪ੍ਰਵਾਨ ਨਹੀਂ। ਮੈਂ ਤੁਹਾਨੂੰ ਇੱਕ ਸਵਾਲ ਕਰਦਾ, ਮੈਂ ਬੜੀਆਂ ਸਟੇਜਾਂ ਤੋਂ ਕੀਤਾ, ਤੇ ਆਪਣੇ ਅੰਤਰ ਧਿਆਨ ਹੋ ਕੇ ਮਨ ਨਾਲ ਹੁਣੇ ਸਲਾਹ ਕਰਨੀ ਹੈ। ਤੁਸੀਂ ਮੈਨੂੰ ਦੱਸੋ ਵੀ ਜੇ ਮੈਂ ਖੁਦਾ ਨਾ ਖਾਸਤਾ ਮੈਂ ਕੰਮ ਕਰਦਾ ਨਹੀਂ, ਮਰ ਜਾਊਂ, ਪਰ ਜੇ ਰੱਬ ਨਾ ਕਰੇ ਵੀ ਮੈਂ ਮੂੰਹ ਸਿਰ ਮਨਾ ਲਾਂ, ਤੇ ਤੁਸੀਂ ਮੇਰੀ ਗੱਲ ਸੁਣੋਗੇ, ਆਓਗੇ ਇੱਥੇ? ਤੇ ਜੇ ਤੁਹਾਨੂੰ ਮੇਰਾ ਇਹ ਰੂਪ ਪ੍ਰਵਾਨ ਹੈ, ਦੂਜਾ ਨਹੀਂ ਪ੍ਰਵਾਨ, ਤੇ ਤੁਸੀਂ ਮੈਨੂੰ ਦੱਸੋ ਵੀ ਮੈਂ ਤੁਹਾਨੂੰ ਕਿਵੇਂ ਪ੍ਰਵਾਨ ਕਰੀ ਫਿਰ? ਮੈਂ ਤੁਹਾਨੂੰ ਕਿਵੇਂ ਪ੍ਰੇਮ ਕਰ ਲਾਂ ਜੇ ਤੁਸੀਂ ਕਹਿੰਦੇ ਜੋ ਵੀ ਨਹੀਂ? ਪ੍ਰੇਮ ਵੀ ਕਰੀ ਜਾਣਾ, ਫੋਟੋਆਂ ਵੀ ਖਿਚਾਈ ਜਾਣੀਆਂ, ਕੈਮਰੇ ਵੀ ਕੱਢ ਲੈਣੇ ਆ, ਇਹ ਵੀ ਆਖੀ ਜਾਣਾ ਵੀ ਤੁਸੀਂ ਹੁਕਮ ਕਰੋ ਜੀ, ਜਿੱਥੇ ਕਹੋਗੇ ਸਿਰ ਦੇ ਦੇਵਾਂਗੇ। ਤੇ ਮੈਂ ਇੱਕੋ ਹੀ ਬੇਨਤੀ ਕੀਤੀ, ਹੁਕਮ ਨਹੀਂ ਮੈਂ ਕਰਨ ਜੋਗਾ ਹੈਗਾ ਕਿਸੇ ਨੂੰ, ਬੇਨਤੀ ਕੀਤੀ ਹੈ, ਮੈਂ ਦੋਹਰੇ ਕਰਨ ਲੱਗਾ। ਤੇ ਹੁਣ ਭੱਜਣਾ ਨਹੀਂ ਕਿਸੇ ਨੇ, ਹੁਕਮ ਤੋਂ ਤੇ ਤੁਸੀਂ ਭੱਜ ਨਹੀਂ ਸਕਦੇ, ਗੁਰੂ ਤੋਂ, ਮੇਰੀ ਬੇਨਤੀ ਤੋਂ ਵੀ ਨਹੀਂ ਭੱਜਣਾ। ਬੇਨਤੀ ਮੇਰੀ ਇਹ ਹੈ ਵੀ ਸਵੇਰੇ ਇੱਥੇ ਅੰਮ੍ਰਿਤ ਸੰਚਾਰ ਹੋਣਾ ਹੈ 12 ਵਜੇ ਅੰਮ੍ਰਿਤ ਸੰਚਾਰ ਸ਼ੁਰੂ ਹੋ ਜਾਣਾ, ਤੇ ਇੱਥੇ ਜੇ ਮੇਰੀ ਬੇਨਤੀ ਪ੍ਰਵਾਨ ਕਰਨੀ ਹੈ ਤੇ ਫਿਰ ਕੋਈ ਇਸ ਧਰਤੀ ਤੇ ਬੇਅਮਰਤੀਆਂ ਨਹੀਂ ਹੋਣਾ ਚਾਹੀਦਾ। ਇੱਥੇ ਸਾਰੇ ਰਲ ਕੇ ਖੰਡੇ ਬਾਟੇ ਦੀ ਪੌਲ ਛਕੀਏ, ਤਿਆਰ ਹੋਈਏ। ਤੁਸੀਂ ਮੈਨੂੰ ਬਾਰ-ਬਾਰ ਆਖਿਆ ਵੀ ਅਸੀਂ ਸੀਸ ਦੇ ਦਿਆਂਗੇ, ਤੇ ਮੈਂ ਕਹਿੰਦਾ ਵੀ ਚਲੋ ਪਹਿਲਾਂ ਤੇ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਦਈਏ ਸੀਸ, ਤੇ ਪ੍ਰੀਖਿਆ ਸਾਡੀ ਹੋਵੇ ਜਿਹੜਾ ਉਹਦੇ ਚਰਨਾਂ 'ਚ ਸੀਸ ਨਾ ਦੇ ਸਕਿਆ, ਉਹ ਮੇਰਾ ਕੀ ਬਣ ਜੂ? ਜਿਹੜਾ ਗੁਰੂ ਦਾ ਨਹੀਂ ਬਣਿਆ ਉਹਨੇ ਮੇਰਾ ਕੀ ਬਣਨਾ? ਤੇ ਮੈਂ, ਤੁਸੀਂ ਮੈਨੂੰ ਇਹ ਨਾ ਕਹੋ ਵੀ ਤੂੰ ਭਾਈ ਤਾੜਨਾ ਕਰੀ ਜਾਂਦਾ, ਤੂੰ ਮਿਹਣੇ ਮਾਰੀ ਜਾਂਦਾ। ਮੈਂ ਸਿਰਫ ਇਹ ਪੁੱਛਦਾ ਵੀ ਬੰਦੇ ਦੀ ਜ਼ੁਬਾਨ ਤੇ ਭਰੋਸਾ ਤਾਂ ਕਰੀਏ ਜਿਹੜਾ ਬੰਦਾ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਜਾ ਕੇ ਆਪਣੀ ਜਾਨ ਦੇ ਦੇਵੇ, ਸੀਸ ਦੇ ਦੇਵੇ, ਤੇ ਮੈਂ ਉਹਦੇ ਤੇ ਅੱਖਾਂ ਮੀਟ ਕੇ ਭਰੋਸਾ ਕਰ ਲੂੰ, ਮੈਂ ਆਪਣੀ ਜਾਨ ਤੁਹਾਡੇ ਚਰਨਾਂ 'ਚ ਨਿਸ਼ਾਵਰ ਕਰ ਹੀ ਦੇਣੀ ਹੈ, ਕਿਹੜਾ ਰੱਖ ਕੇ ਲੈ ਜਾਣੀ ਮੈਂ ਨਾਲ। ਮੈਂ ਆਪਣਾ ਕੀ ਬਚਾਉਣਾ? ਇੱਥੇ ਕੁਝ ਨਹੀਂ ਬਚਾਉਣਾ, ਨਾ ਬਚਣਾ ਹੈ। ਜਿਹੜੇ ਰਾਹ ਤੇ ਆਪਾਂ ਤੁਰ ਪਏ ਆ, ਇਸ ਰਾਹ ਤੇ ਕੁਝ ਨਹੀਂ ਬਣਦਾ, ਇਸ ਰਾਹ ਤੇ ਸਭ ਕੁਝ ਉਜੜਦਾ, ਪਰ ਆਪਾਂ ਕਿਹੜੀ ਧਾਰਨਾ ਪੜਨੀ ਹੈ? ਪੰਥ ਵਸੇ ਮੈਂ ਉਜੜਾਂ, ਮਨ ਚਾਉ ਕਰੇ। ਤੇ ਜੇ ਪੰਥ ਨੂੰ ਵਸਾਉਣਾ ਹੈ ਤੇ ਪਹਿਲਾਂ ਆਪ ਉਜੜੀਏ, ਫਿਰ ਆਪਣੇ ਘਰ ਉਜਾੜੀਏ, ਫਿਰ ਇੱਕ ਐਸਾ ਸਮਾਂ ਆਵੇ ਸਾਡੇ ਚੁੱਲ੍ਹਿਆਂ 'ਚ ਘਾਹ ਉੱਗਣ। ਇਹ ਲੋਕਾਂ ਨੇ ਬੜੀ ਮਾੜੀ ਗੱਲ ਬਣਾ ਲਈ ਵੀ ਚੁੱਲ੍ਹਿਆਂ 'ਚ ਘਾਹ ਉੱਗੇ, ਸੂਰਮਿਆਂ ਦੇ ਯੋਧਿਆਂ ਦੇ ਚੁੱਲ੍ਹਿਆਂ 'ਚ ਘਾਹ ਉੱਗ ਜਾਂਦਾ। ਉੱਗ ਜਾਂਦਾ ਕਿਉਂ ਹੈ? ਉਹ ਇਸ ਗੱਲ ਦੀ ਗਵਾਹੀ ਦਿੰਦਾ ਵੀ ਇਹਨਾਂ ਨੇ ਜਾਨ ਦੇ ਦਿੱਤੀ, ਸਮਝੌਤਾ ਨਹੀਂ ਕੀਤਾ। ਉਹ ਇਸ ਗੱਲ ਦੀ ਗਵਾਹੀ ਹੈ ਜਿਹੜਾ ਸਾਡੇ ਚੁੱਲ੍ਹਿਆਂ 'ਚ ਘਾਹ ਉੱਗਿਆ। ਤੇ ਜੇ ਚੁੱਲ੍ਹੇ ਐ ਮਗਦੇ ਰੱਖਣੇ ਆ, ਤਪਦੇ ਰੱਖਣੇ ਆ, ਤੇ ਫਿਰ ਤੇ ਜੇ ਲੋਹ ਲੰਗਰ ਤਪਦੇ ਰੱਖਣੇ ਪੰਥ ਦੇ, ਫਿਰ ਸਾਡੇ ਘਰਾਂ ਦੇ ਚੁੱਲ੍ਹੇ ਬੁੱਝਣ ਤੇ ਬੁੱਝਣ, ਸਾਡੇ ਘਰਾਂ ਦੀਆਂ ਬੱਤੀਆਂ ਬੁੱਝਣ, ਸਾਡੀਆਂ ਕੁੱਲਾਂ ਨਾਸ ਹੋ ਜਾਣ, ਸਾਡੇ ਬੱਚੇ ਜਿਹੜੇ ਸੂਲੀਆਂ ਤੇ ਚੜ ਜਾਣ। ਬੰਦਾ ਸਿੰਘ ਬਹਾਦਰ ਦੇ ਪੁੱਤਰ ਦਾ ਕਲੇਜਾ ਉਹਦੀ ਗੋਦੀ 'ਚ ਰੱਖ ਕੇ ਚੀਰਿਆ ਉਹਨਾਂ, ਛਾਤੀ ਚੀਰ ਕੇ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਤੁੰਨਿਆ, ਤੇ ਜਦੋਂ ਸਾਹ ਰਾਗ ਦੇ ਥੱਲਿਓਂ ਖੂਨ ਉਤਰਿਆ, ਤੁਸੀਂ ਮੈਨੂੰ ਦੱਸੋ ਜਿੱਥੇ ਪੈਗੰਬਰ ਰੋ ਪਏ, ਜਿੱਥੇ ਦੇਵਤੇ ਰੋ ਪਏ, ਜਿੱਥੇ ਰਿਸ਼ੀ ਮੁਨੀ ਰੋ ਪਏ, ਐਡਾ ਪਾਪ ਸੰਸਾਰ ਤੇ ਜਰ ਸਕਦਾ? ਬੰਦਾ ਸਿੰਘ ਬਹਾਦਰ ਮੁਸਕਰਾ ਪਿਆ, ਮੁਸਕਰਾਇਆ, ਤੇ ਫਰਖਸ਼ੀਰ ਨੇ ਕਿਹਾ ਵੀ ਬੰਦਾ ਸਿੰਘ ਹੱਸਦਾ ਕਿਉਂ ਹੈ? ਤੇ ਬੰਦਾ ਸਿੰਘ ਹੱਸਿਆ ਤੇ ਕਿਹਾ ਵੀ ਕਲਗੀਧਰ ਪਾਤਸ਼ਾਹ ਕਿੱਡਾ ਬੇਅੰਤ ਹੈ, ਇੰਨਾ ਬੇਅੰਤ ਹੈ, ਉਹਨੇ 4 ਪੁੱਤਰ ਖਾਲਸੇ ਦੀ ਝੋਲੀ ਪਾਏ ਸੀ, ਤੇ ਤੇਰੇ ਤੇ ਕਿਰਪਾ ਕੀਤੀ ਹੈ ਫਰਖਸ਼ੀਰ, ਜਿਸ ਨੇ ਉਹਦੇ ਪੁੱਤਰ ਦਾ ਕਲੇਜਾ ਚੀਰਿਆ, ਜਿਹਨੇ ਹੁਕਮ ਦਿੱਤਾ ਉਹਨੂੰ ਕਹਿੰਦਾ ਤੇਰੇ ਤੇ ਕਿਰਪਾ ਕੀਤੀ ਹੈ। ਕਲਗੀਧਰ ਪਾਤਸ਼ਾਹ ਨੇ ਮੇਰਾ ਇੱਕੋ ਇੱਕ ਪੁੱਤਰ ਅਜੈ ਸਿੰਘ 4 ਸਾਲ ਦੀ ਉਮਰ ਦੇ ਵਿੱਚ ਤੇਰੇ ਹੱਥੋਂ ਆਪਣੀ ਝੋਲੀ ਪਵਾ ਲਿਆ, ਉਹ ਬੜਾ ਬੇਅੰਤ ਹੈ। ਹੁਣ ਤੁਸੀਂ ਮੈਨੂੰ ਦੱਸੋ, ਹੁਣ ਤੁਸੀਂ ਦੱਸੋ, ਰਾਜ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਹੀ ਬਖਸ਼ਣਾ। ਉਹੋ ਹੀ ਬੰਦਾ ਸਿੰਘ ਹੈ ਜਿਹਦੇ ਕੋਲੋਂ ਪੱਤਾ ਟੁੱਟ ਜਾਵੇ, ਬੈਰਾਗੀ ਸੀ, ਤੇ ਪੱਤਾ ਟੁੱਟ ਜਾਵੇ ਤੇ ਹਫਤਾ ਅੰਨ ਨਹੀਂ ਸੀ ਛਕਦਾ, ਕਹਿੰਦਾ ਸੀ ਪਾਪ ਹੋ ਗਿਆ। ਉਹੋ ਹੀ ਬੰਦਾ ਬੈਰਾਗੀ ਖੰਡੇ ਬਾਟੇ ਦੀ ਪੌਲ ਛਕ ਕੇ ਏਡਾ ਸੂਰਮਾ ਬਣ ਗਿਆ ਵੀ ਜਿੱਧਰੋਂ ਲੰਘਿਆ ਤੂਫਾਨ ਵਾਂਗ ਹਕੂਮਤਾਂ ਤਬਾਹ ਕਰਦਾ ਆਇਆ, ਜਿਹਨੇ ਮੁਗਲ ਰਾਜ ਦੀ ਜੜ ਪੁੱਟ ਛੱਡੀ। ਸੋ ਆਪਾਂ ਕੀ ਬਣਨਾ ਹੈ? ਬੰਦਾ ਸਿੰਘ ਬਹਾਦਰ ਵਰਗੇ ਬਣਨਾ, ਸੂਰਮੇ। ਇੱਥੇ ਕਈ ਕਹਿੰਦੇ ਵੀ ਤੁਸੀਂ ਨਕਲ ਕਰਦੇ ਜੋ, ਨਾ ਦੱਸੋ ਜੇ ਅਸੀਂ ਆਪਣੇ ਪਿਓ ਦਾਦੇ ਦੀਆਂ ਪੁਰਖਿਆਂ ਦੀਆਂ ਪੈੜਾਂ ਦੀਆਂ ਵਿੱਚ ਪੈੜਾਂ ਨਾ ਧਰੀਏ ਤੇ ਕਿਹਦੀ ਨਕਲ ਕਰੀਏ? ਗਾਂਧੀ ਦੀ ਕਰ ਲਈਏ, ਬੱਕਰੀਆਂ ਪਾਲਣ ਲੱਗ ਪਈਏ, ਕਰੀਏ ਕੀ ਦੱਸੋ? ਧੋਤੀਆਂ ਪਾ ਲਈਏ। ਹੁਣ ਅਸੀਂ ਆਪਣੇ ਪੁਰਖਿਆਂ ਦੇ ਰਾਹ ਤੇ ਚੱਲਣਾ ਹੈ, ਬਾਣੇ ਹੀ ਪਾਉਣੇ ਨੇ, ਹੱਥਾਂ ਦੇ ਸ਼ਸਤਰ ਫੜਨੇ ਨੇ, ਨੀਲੀਆਂ ਦਸਤਾਰਾਂ ਸਜਾਉਣੀਆਂ। ਨਕਲ ਕਿਹਦੀ ਕਰੀਦੀ ਹੈ? ਪੁੱਤ ਦੇ ਉੱਤੇ ਕਦੀ ਇਹ ਮਿਹਣਾ ਨਹੀਂ ਹੁੰਦਾ ਵੀ ਤੂੰ ਪਿਓ ਦੀ ਨਕਲ ਕਰਦਾ।
ਕੋਈ ਹੋਰ ਦੀ ਕਰੀਏ ਤੁਸੀਂ ਸਾਨੂੰ ਮਿਹਣਾ ਮਾਰੋ ਭਈ ਤੂੰ ਫਲਾਣੇ ਦੀ ਨਕਲ ਕਰਦਾ ਜੀ। ਜੇ ਅਸੀਂ ਮੁੱਛਾਂ ਮਨਾ ਲਈਏ ਤੇ ਤੁਸੀਂ ਕਹੋ ਵੀ ਮੁਸਲਮਾਨਾਂ ਦੀ ਨਕਲ ਕਰਦੇ ਜੋ। ਜੇ ਜਨੇਊ ਪਾ ਲਈਏ ਤੇ ਮਿਹਣਾ ਮਾਰੋ ਵੀ ਹਿੰਦੂਆਂ ਦੀ ਨਕਲ ਕਰਦੇ ਜੋ। ਜੋ ਪਿੱਛੇ ਬੋਧੀ ਧਰੀ ਫਿਰੀਏ ਤੇ ਮਿਹਣਾ ਮਾਰੋ ਵੀ ਪੰਡਤਾਂ ਦੀ ਨਕਲ ਕਰਦੇ ਜੋ। ਤੇ ਅਸੀਂ ਤੇ ਅਕਾਲ ਪੁਰਖ ਦਾ ਰੂਪ ਸਰੂਪ ਜਿਹੜਾ ਹੈ, ਜੋ ਹੁਕਮ ਹੈ ਉਹਦੀ ਪਾਲਣਾ ਕਰ ਰਹੇ ਹਾਂ, ਹੁਕਮ ਵਜਾ ਰਹੇ ਹਾਂ। ਸਾਡੇ ਤੇ ਕੌਣ ਮਿਹਣਾ ਮਾਰ ਸਕਦਾ ਵੀ ਤੁਸੀਂ ਨਕਲ ਕਰਦੇ ਜੋ। ਉਹਨੂੰ ਕਹੇ ਵੀ ਨਕਲ ਨਹੀਂ ਕਰਦੇ, ਸ਼ੇਰ ਦਾ ਪੁੱਤਰ ਸ਼ੇਰ ਹੀ ਬਣਦਾ, ਗਿੱਦੜ ਥੋੜੀ ਬਣ ਜਾਂਦਾ। ਤੇ ਜੇ ਸ਼ੇਰ ਦੇ ਪੁੱਤਰ ਬਣਨਾ, ਜੇ ਸ਼ੇਰ ਦੇ ਪੁੱਤਰ ਬਣਨਾ ਤੇ ਫਿਰ ਦੱਸਣ ਦੀ ਲੋੜ ਨਾ ਪਵੇ। ਕਈ ਸਿੰਘਾਂ ਨੇ ਅੰਮ੍ਰਿਤ ਛਕਿਆ ਤੇ ਮੈਨੂੰ ਟੋ ਟੋ ਕੇ ਫੜਨੇ ਲੱਭਣਾ ਪੈਂਦਾ ਵੀ ਥੱਲਿਓਂ ਦੀ ਪਾਈ ਹੋਣੀ ਸ਼ਾਇਦ ਡੋਰੀ ਵਾਲੀ, ਤੇ ਜਦੋਂ ਮੋਢੇ ਹੱਥ ਰੱਖੀ ਤਾਂ ਪਤਾ ਲੱਗਦਾ ਵੀ ਛਕਿਆ। ਇਹ ਕਿਹੜਾ ਅੰਮ੍ਰਿਤ ਛਕ ਲਿਆ ਜਿਹਦੇ 'ਚ ਤੁਹਾਨੂੰ ਇਹ ਦੱਸਿਆ ਗਿਆ ਵੀ ਸ਼ਸਤਰ ਲੁਕਾ ਕੇ ਰੱਖਣਾ ਹੈ, ਸ਼ਸਤਰ ਦਾ ਪ੍ਰਕਾਸ਼ ਰੱਖਣਾ ਹੈ। ਅਸੀਂ ਕੋਈ ਲੁਕ ਕੇ ਰੱਖਣ ਵਾਲੇ ਕੰਮ ਨਹੀਂ, ਨਾ ਅਸੀਂ ਲੁਕ ਕੇ, ਨਾ ਸਾਡਾ ਨਾਮ ਹੈ ਕੋਈ, ਨਾ ਧਰਮ ਦੀ ਅਸੀਂ ਕੋਈ ਸਿੱਖਿਆ ਜਿਹੜੀ ਕੰਨ 'ਚ ਦੇਣੀ ਰਾਧਾ ਸਵਾਮੀ ਵਾਂਗੂ ਕੰਨ 'ਚ ਬੋਲਤਾ ਵੀ ਅਗਲੇ ਨੂੰ ਨਹੀਂ ਦੱਸਣਾ ਵੀ ਤੁਹਾਨੂੰ ਕੀ ਨਾਮ ਦਿੱਤਾ ਹੈ। ਇਹ ਸਾਡਾ ਨਾਂ ਤੇ ਨਾਮ ਦਾ ਇਹ ਤਰੀਕਾ ਹੈ। ਅਸੀਂ ਆਪ ਜਪਣਾ, ਹੋਰਾਂ ਨੂੰ ਨਾ ਜਪਾਉਣਾ, ਉੱਚੀ ਉੱਚੀ ਕਹਿਣਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਲਗਾ ਕੇ ਕੁਝ ਨਹੀਂ ਕਰਨਾ, ਤੇ ਜੇ ਨਾਮ ਨਹੀਂ ਲਗਾ ਕੇ ਜਪਣਾ ਤੇ ਸ਼ਸਤਰ ਲਗਾ ਕੇ ਕਦੋਂ ਰੱਖਣਾ। ਇਹ ਵੀ ਪ੍ਰਤੱਖ ਅਗਲੇ ਨੂੰ ਪਤਾ ਹੋਵੇ। ਜੇ ਮਾੜੀ ਮੋਟੀ ਜੰਗ ਟਾਲਣੀ ਹੋਵੇ ਸ਼ਸਤਰ ਦਾ ਪ੍ਰਕਾਸ਼ ਕਰਦੇ ਉਹ ਟਲ ਜਾਂਦੀ ਹੈ, ਤੇ ਜੇ ਲਗਾ ਕੇ ਰੱਖਿਆ ਹੋਵੇ ਅਗਲਾ ਗਲ ਪੈ ਜਾਵੇ ਕੱਢ ਕੇ ਵਰਤਣਾ ਠੀਕ ਹੈ, ਉਦੋਂ ਵੀ ਚਾਹੀਦਾ ਤਾਂ ਹੈਗਾ। ਪਰ ਮੇਰੀ ਬੇਨਤੀ ਇਹ ਹੈ, ਜਿੰਨੇ ਅੰਮ੍ਰਿਤਧਾਰੀ ਸਿੱਖ ਨੇ, ਜੇ ਤੁਹਾਡੇ ਕੋਲ ਸ੍ਰੀ ਸਾਹਿਬ ਲਈ ਜਾਂਦੀ ਤਿੰਨ ਬੁੱਟੀ ਠੀਕ ਹੈ, ਜੇ ਨਹੀਂ ਲਈ ਜਾਂਦੀ ਮੇਰੇ ਕੋਲ ਆ ਜਿਓ। ਸਤਿਗੁਰ ਸੱਚੇ ਪਾਤਸ਼ਾਹ ਨੇ ਜਿੰਨੀ ਕੁ ਰਹਿਮਤ ਕੀਤੀ ਅਸੀਂ ਸੇਵਾ ਕਰ ਦਿਆਂਗੇ ਤੁਹਾਡੇ ਚਰਨਾਂ ਦੇ ਵਿੱਚ। ਪਰ ਤੁਸੀਂ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਚ ਆਉਣਾ ਹੈ, ਅੰਮ੍ਰਿਤਧਾਰੀ ਸਿੱਖਾਂ ਨੇ, ਉਹਨਾਂ ਨੇ ਤਿੰਨ ਬੁੱਟੀ ਸ੍ਰੀ ਸਾਹਿਬ ਤੋਂ ਬਿਨਾਂ ਨਹੀਂ ਆਉਣਾ। ਤੇ ਖਾਲਸਾ ਜੀ ਇੱਕ ਹੋਰ ਕਰੀਤੀ ਹੈ ਜਿਹਦੇ ਬਾਰੇ ਗੱਲ ਕਰਨੀ ਹੈ, ਫਿਰ ਆਪਾਂ ਸਮਾਪਤੀ ਵੀ ਕਰਨੀ ਹੈ। ਉਹ ਕਰੀਤੀ ਇਹ ਹੈ, ਸਾਡੇ ਤੇ ਮਿਹਣਾ ਵੱਜਦਾ ਹੈ ਜਾਤ ਪਾਤ ਦਾ ਵੀ ਅਸੀਂ ਜਾਤ ਪਾਤੀ ਹਾਂ, ਅਸੀਂ ਜਾਤ ਪਾਤੀ ਵਿਤਕਰਾ ਕਰਦੇ ਹਾਂ। ਹਾਲਾਂਕਿ ਜੋ ਹਿੰਦੁਸਤਾਨ 'ਚ ਹਾਲ ਹੈ ਸਾਡੇ ਨਹੀਂ ਹੈਗਾ, ਪਰ ਇਹ ਕਦੇ ਨਹੀਂ ਕਹਿਣਾ ਚਾਹੀਦਾ ਵੀ ਬਿਲਕੁਲ ਕੁਝ ਨਹੀਂ ਹੈਗਾ ਜੀ ਸਾਡੇ 'ਚ। ਅਸੀਂ ਜੱਟ, ਮਜ਼੍ਹਬੀ ਸਿੱਖ, ਰੰਗਰੇਟੇ, ਪਤਾ ਨਹੀਂ ਕਿਹੜੀਆਂ ਕਿਹੜੀਆਂ, ਰਵਿਦਾਸੀਏ, ਜਿਹੜੇ ਰਾਮਗੜੀਏ, ਇਹੋ ਜਿਹੀਆਂ ਜਾਤਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਆਪਣੇ ਅੱਗੇ ਲਾ ਲਿਆ। ਜਦੋਂ ਗੁਰੂ ਸਾਹਿਬ ਨੇ ਖੰਡੇ ਬਾਟੇ ਦੀ ਪੌਲ ਤਿਆਰ ਕੀਤੀ ਹੈ, ਉਹ ਪੌਲ ਤਿਆਰ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਰੀਆਂ ਜਾਤਾਂ ਨੂੰ ਆਵਾਜ਼ ਦਿੱਤੀ, ਕਿਸੇ ਨੂੰ ਨਹੀਂ ਛੱਡਿਆ। ਬ੍ਰਾਹਮਣਾਂ ਨੂੰ ਵੀ ਕਿਹਾ ਵੀ ਆ ਜਾਓ। ਤੇ ਕਈ ਅਹੰਕਾਰੀ ਜਾਤ ਦੇ ਉਹ ਪਤਾ ਕੀ ਕਹਿੰਦੇ ਸੀ, ਉਹ ਕਹਿੰਦੇ ਵੀ ਭਾਈ ਅਸੀਂ ਆ ਨੀਵੇਂ ਲੋਕਾਂ ਨਾਲ, ਸਾਨੂੰ ਨੀਵੇਂ ਕਿਹਾ ਸੀ ਉਹਨਾਂ ਨੇ, ਸਾਨੂੰ ਚੰਡਾਲ ਕਹਿੰਦੇ ਰਹੇ ਨੇ। ਉਹਨਾਂ ਨੇ ਕਿਹਾ ਵੀ ਅਸੀਂ ਆ ਨੀਵੇਂ ਲੋਕਾਂ ਦੇ ਨਾਲ ਇੱਕੇ ਵੱਟ 'ਚ ਅੰਮ੍ਰਿਤ ਨਹੀਂ ਛਕਣਾ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਹਾ ਵੀ ਫਿਰ ਤੁਹਾਡਾ ਸੁੱਤਿਆਂ ਦਾ ਮੂੰਹ ਕਾਹਤੋਂ ਚੁੰਮੀਏ। ਫਿਰ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨ ਨੇ, ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਇਹਨਾਂ ਗਰੀਬ ਸਿੱਖਾਂ ਨੂੰ ਰਾਜ ਦੇਵਾਂਗੇ, ਇਹਨਾਂ ਗਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਵਾਂਗੇ। ਜੇ ਇਸ ਕਲਗੀਧਰ ਪਾਤਸ਼ਾਹ ਨੇ ਆਪਣਾ ਰਾਜ ਉਜਾੜ ਕੇ ਆਨੰਦਪੁਰ ਦਾ ਰਾਜ ਸੀ, ਸਾਜ ਤਾਜ ਬਾਜ ਸਾਰਾ ਕੁਝ ਸਤਿਗੁਰ ਸੱਚੇ ਪਾਤਸ਼ਾਹ ਛਤਰ ਝੂਲਦੇ ਸੀ, ਨੌਕਰ ਚਾਕਰ ਸੇਵਾਦਾਰ। ਸਤਿਗੁਰ ਸੱਚੇ ਪਾਤਸ਼ਾਹ ਨੇ ਧਰਮ ਦੀ ਖਾਤਰ, ਖਾਲਸੇ ਦੀ ਖਾਤਰ ਮੁੱਠੀ ਨਹੀਂ ਮੀਟੀ, ਏਦਾਂ ਹੀ ਰਾਜ ਛੱਡ ਕੇ ਤੇ ਆਪ ਮਾਛੀਵਾੜੇ ਦੇ ਜੰਗਲ 'ਚ ਜਾ ਕੇ ਮਿੱਟੀ ਦਾ ਸਰਣਾ ਲਾ ਲਿਆ। ਹੁਣ ਤੁਸੀਂ ਦੱਸੋ ਵੀ ਜਿਹੜੇ ਕਲਗੀਆਂ ਵਾਲੇ ਨੇ ਠੰਡ ਦੇ ਵਿੱਚ ਇਹ ਪਰਵਾਹ ਨਹੀਂ ਕੀਤੀ ਵੀ ਮੈਂ ਕਿੱਥੇ ਜਾਣਾ, ਮੇਰੇ ਤੇ ਇੰਨੇ ਸਮਝੌਤਾ ਕਰਕੇ ਮੁਗਲਾਂ ਦੇ ਨਾਲ, ਮੁਗਲ ਕਿਤੇ ਉਤੋਂ ਬਾਹਰ ਹੀ ਨੇ ਸਤਿਗੁਰ ਤੋਂ। ਔਰੰਗਜ਼ੇਬ ਸਤਿਗੁਰ ਸੱਚੇ ਪਾਤਸ਼ਾਹ ਦੇ ਹੁਕਮਾਂ ਤੋਂ ਬਾਹਰ ਹੀ ਸੀ ਨਹੀਂ, ਪਰ ਖਾਲਸੇ ਨੂੰ ਇੰਨਾ ਪ੍ਰੇਮ ਸੀ, ਖਾਲਸੇ ਨਾਲ ਸਾਰਾ ਕੁਝ ਕੁਰਬਾਨ ਕਰਕੇ ਆਨੰਦਪੁਰ ਸਾਹਿਬ ਤੋਂ ਮਾਛੀਵਾੜੇ ਦਾ ਸਫ਼ਰ ਕੀਤਾ। ਤੇ ਬਹੁਤੇ ਲੋਕਾਂ ਨੂੰ ਉਹ ਵੀ ਸਫ਼ਰ ਚੁੱਲ੍ਹਿਆਂ 'ਚ ਘਾਹ ਉਗਣ ਵਾਲਾ ਲੱਗਦਾ ਹੈ, ਪਰ ਧਰਮ ਦੀ ਨਗਰੀ ਦੇ ਵਿੱਚ ਨਫਾ ਨੁਕਸਾਨ ਵੱਖਰੇ ਨੇ। ਇਹ ਕੋਈ ਬਾਣੀਆਂ ਦੀ ਹੱਟੀ ਨਹੀਂ ਵੀ ਜਿੱਥੇ ਕੋਈ ਘਾਟਾ ਨਫਾ ਵੇਖਣਾ। ਅਸੀਂ ਜਦੋਂ ਧਰਮ ਤੇ ਆ ਪਈ, ਧਰਮ ਯੁੱਧ ਦਾ ਮਸਲਾ ਬਣ ਗਿਆ, ਫਿਰ ਘਾਟਾ ਨਫਾ ਕੁਝ ਨਹੀਂ ਹੁੰਦਾ। ਸੋ ਆਪਾਂ ਜਾਤ ਪਾਤੀ ਵਿਤਕਰਾ ਬਿਲਕੁਲ ਨਹੀਂ ਕਰਨਾ। ਅਸੀਂ ਸਾਰੇ ਸਿੱਖ ਇੱਕ ਦੂਜੇ ਦੇ ਭਰਾ ਆ, ਇੱਕ ਦੂਜੇ ਨਾਲ ਬੈਠਣਾ, ਇੱਕ ਦੂਜੇ ਨਾਲ ਵਿਚਾਰ ਕਰਨੀ ਹੈ। ਤੇ ਇਹ ਗੁਲਾਮੀ ਕਿਸੇ ਇਕੱਲੇ ਦੇ ਗੱਲ ਨਹੀਂ। ਇਹ ਨਾ ਕਹਿ ਦਈਏ ਵੀ ਫਲਾਣੇ ਦੀ ਗੱਲ ਹੈਗੀ, ਹੁਣ ਸਾਡੇ ਨਹੀਂ ਹੈਗੀ, ਜਦੋਂ ਸਾਡੇ ਤੇ ਆਉ ਵੇਖੀ ਜਾਊਗੀ। ਸਿੱਖ ਦਾ ਇੰਨਾ ਪ੍ਰੇਮ ਕਰੇ। ਜੇ ਗੁਰੂ ਨਾਲ ਪ੍ਰੇਮ ਕਰਨਾ ਕਿਵੇਂ ਕਰਨਾ? ਜੇ ਗੁਰੂ ਨਾਲ ਪ੍ਰੇਮ ਕਰਨਾ ਤੇ ਫਿਰ ਸਿੱਖਾਂ ਨਾਲ ਪ੍ਰੇਮ ਕਰੋ, ਗਰੀਬ ਸਿੱਖਾਂ ਨਾਲ ਪ੍ਰੇਮ ਕਰੋ।
ਗਰੀਬ ਸਿੱਖਾਂ ਨਾਲ ਪ੍ਰੇਮ ਕਰਾਂਗੇ ਤੇ ਗੁਰੂ ਨਾਲ ਪ੍ਰੇਮ ਹੋਊਗਾ, ਉਹਨਾਂ ਦੀ ਬਾਹ ਫੜਾਂਗੇ। ਮੈਂ ਪਿੱਛੇ ਜੇ ਕਿਹਾ ਸੀ ਵੀ ਅਸੀਂ ਅਫਰੀਕਾ ਚਲੇ ਜਾਂਦੇ ਆ, ਅਮਰੀਕਾ ਚਲੇ ਜਾਂਦੇ ਆ, ਬੜੇ ਲੋਕਾਂ ਨੂੰ ਤਕਲੀਫ ਹੋਈ ਵੀ ਤੁਸੀਂ ਇਹ ਗੱਲ ਕਿਉਂ ਕਹੀ। ਤੇ ਮੈਂ ਉਦੋਂ ਵੀ ਇਹ ਬਚਨ ਕੀਤਾ ਸੀ ਬਾਅਦ ਚ ਵੀ ਭਾਈ ਮੈਨੂੰ ਤੇ ਨਹੀਂ ਦੇਖੇ ਜਾਂਦੇ ਮੇਰੇ ਕੋਲੋਂ ਵੀ ਜਦੋਂ ਇੱਥੇ ਪੰਜਾਬ ਦੀ ਧਰਤੀ ਤੇ ਸਿੱਖ ਬਿਲਕਦੇ ਫਿਰਦੇ ਹੋਣ, ਕਿਸੇ ਕੋਲ ਇਲਾਜ ਲਈ ਪੈਸਾ ਨਹੀਂ, ਕਿਸੇ ਕੋਲ ਪੜ੍ਹਾਉਣ ਲਈ ਪੈਸਾ ਨਹੀਂ ਬੱਚਿਆਂ ਨੂੰ, ਕਿਸੇ ਕੋਲ ਚੰਗਾ ਸ਼ਸਤਰ ਰੱਖਣ ਲਈ ਪੈਸਾ ਨਹੀਂ, ਕਿਸੇ ਕੋਲ ਕੋਈ ਸਾਧਨ ਨਹੀਂ, ਕਿਸੇ ਦੀ ਬਿਮਾਰੀ ਐਸੀ ਲੱਗ ਪਈ ਕਿ ਉਹਦਾ ਘਰ ਵਿਕਣ ਤੇ ਆ ਗਿਆ, ਘਰ ਨਹੀਂ ਰਿਹਾ, ਤੇ ਅਸੀਂ ਦੁਨੀਆ ਭਰ ਦੇ ਵਿੱਚ ਬੜੇ ਵੱਡੇ ਲਾਂਗਰੀ ਖਵਾਈ ਜਾਈਏ ਵੀ ਸਿੱਖਾਂ ਤੋਂ ਵੱਡਾ ਲਾਂਗਰੀ ਕੋਈ ਨਹੀਂ ਹੈ, ਦੁਨੀਆ ਨੂੰ ਲੰਗਰ ਛਕਾਉਂਦੇ, ਸਾਡੇ ਆਪਣੇ ਭੁੱਖੇ ਮਰ ਜਾਣਾ, ਇਹ ਕੋਈ ਚੰਗੀ ਗੱਲ ਹੈ। ਸੋ ਇਸ ਕਰਕੇ ਜਦੋਂ ਸੱਚ ਬੋਲਣਾ ਇਹ ਕੌੜਾ ਹੁੰਦਾ, ਕੌੜਾ ਲੱਗਦਾ। ਤੇ ਮੇਰੇ ਕੋਲ ਮਿੱਠੇ ਪੋਚੇ ਨਾ ਵੱਜਦੇ, ਨਾ ਮੈਂ ਮਾਰਨੇ ਆ, ਨਾ ਮੈਂ ਤੁਹਾਨੂੰ ਉਹ ਗੱਲਾਂ ਕਹਿਣੀਆਂ ਜਿਹੜੀਆਂ ਗੱਲਾਂ ਝੂਠ ਹੋਣ। ਇਹ ਮੇਰੀ ਆਦਤ ਹੀ ਇਹ ਹੈ ਵੀ ਜੇ ਤੇ ਸੱਚ ਸੁਣਨਾ ਤੇ ਫਿਰ ਤੇ ਭਾਈ ਆਪਾਂ ਨੂੰ ਇਹ ਬਰਦਾਸ਼ਤ ਕਰਨਾ ਪੈਣਾ ਹੈ। ਇਹ ਸੱਚ ਇਹ ਹੈ ਵੀ ਸਾਡੀ ਕੌਮ ਦੀ ਦਸ਼ਾ ਅੱਜ ਇਹ ਬਣ ਗਈ ਵੀ ਸਾਡੇ ਸਿਰ ਦੇ ਵਿੱਚ ਅਗਲੇ ਜੁੱਤੀਆਂ ਮਾਰਨ ਨੂੰ ਤਿਆਰ ਨੇ ਤੇ ਅਸੀਂ ਪਰਵਾਹ ਨਹੀਂ ਕਰਨੀ। ਤੇ ਜੇ ਬਚਣਾ ਤੇ ਫਿਰ ਇੱਕੇ ਨੇ ਬਚਾਉਣਾ ਹੈ, ਇਸ ਸਤਿਗੁਰ ਸੱਚੇ ਪਾਤਸ਼ਾਹ ਨੇ ਬਚਾਉਣਾ, ਦੁਨੀਆ ਦੀ ਹੋਰ ਕੋਈ ਤਾਕਤ ਨਹੀਂ ਬਚਾ ਸਕਦੀ। ਤੇ ਜੇ ਇਹਦੇ ਚਰਨਾਂ 'ਚ ਲੱਗਣਾ ਇੱਕੋ ਹੀ ਤਰੀਕਾ, ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਧਾਰੀ ਹੋ ਕੇ ਇਹ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਉਣਾ ਹੈ ਤੇ ਗੁਰੂ ਸਾਹਿਬ ਅੱਗੇ ਇਹ ਪ੍ਰਣ ਕਰਨਾ, ਅਰਦਾਸ ਇੱਕੋ ਹੀ ਕਰਨੀ ਹੈ। ਜਦੋਂ ਯੁੱਧ ਦਾ ਹੋ ਜੇ ਨਾ ਮੈਦਾਨ ਸੱਜ ਜਵੇ ਤੇ ਸੂਰਮੇ ਇੱਕ ਅਰਦਾਸ ਹੀ ਕਰਦੇ ਆ, ਜੇ ਤੇ ਸੂਰਮਿਆਂ ਦੇ ਪੁੱਤਰਿਆਂ, ਜੇ ਤੇ ਉਹਨਾਂ ਦੇ ਵਾਰਸਿਆਂ ਜਿਨ੍ਹਾਂ ਬੰਦ ਕਟਾਇਆ, ਜਿਨ੍ਹਾਂ ਮੈਦਾਨੇ ਜੰਗ ਦੇ ਵਿੱਚ ਜੌਹਰ ਵਿਖਾ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਜੇ ਬਾਬਾ ਅਜੀਤ ਸਿੰਘ ਦੇ ਭਰਾ ਆ ਤੇ ਫਿਰ ਜਦੋਂ ਬਾਬਾ ਅਜੀਤ ਸਿੰਘ ਇੰਨਾ ਮੈਦਾਨ ਪੱਕਿਆ, ਇੱਕ ਤਰਫਾ ਯੁੱਧ ਹੈ, 10 ਲੱਖ ਦੀ ਫੌਜ ਹੈ, 5 ਸਿੰਘ ਲੈ ਕੇ ਬਾਬਾ ਅਜੀਤ ਸਿੰਘ ਮੈਦਾਨ 'ਚ ਗਏ ਨੇ ਤੇ ਸ਼ਹੀਦੀ ਪਾਉਣ ਗਏ ਨੇ, 300 ਫੱਟ ਵੱਜਾ ਸਰੀਰ ਤੇ। ਜਦੋਂ ਧਰਤੀ ਤੇ ਡਿੱਗੇ ਨੇ, ਕਲਗੀ ਵਾਲੇ ਪਾਤਸ਼ਾਹ ਨੇ ਰੰਜ ਨਹੀਂ ਕੀਤਾ ਵੀ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਿਆ, ਮੇਰਾ ਪੁੱਤਰ ਸ਼ਹੀਦ ਹੋ ਗਿਆ। ਕਿਉਂ ਨਹੀਂ ਕੀਤਾ? ਕਿਉਂਕਿ ਕਲਗੀ ਵਾਲੇ ਨੇ ਕਿਹਾ ਸੀ ਕਿ ਮੇਰੇ ਤੇ ਲੱਖਾਂ ਪੁੱਤਰ ਨੇ, ਮੈਨੂੰ ਕੀ ਪਰਵਾਹ, ਇੱਕ ਪੁੱਤਰ ਮੇਰਾ ਸ਼ਹੀਦ ਹੋਇਆ। ਉਹਨੇ ਕਿਹਾ ਪੀਓ ਪਿਆਲਾ ਪਿਰਮ ਕਾ ਸੁਮਨ ਪਾਏ ਅਸਵਾਰ, ਆਜ ਖਾਲਸਾ ਖਾਸ ਪਿਓ ਸਤਿਗੁਰ ਕੇ ਦਰਬਾਰ। ਬਾਬਾ ਅਜੀਤ ਸਿੰਘ ਦੀ ਸ਼ਹਾਦਤ ਦੇ ਉੱਤੇ ਕਲਗੀ ਵਾਲੇ ਨੇ ਬਚਨ ਕੀਤੇ ਕਿ ਅੱਜ ਖਾਲਸਾ ਹੋਰ ਖਾਸ ਹੋ ਗਿਆ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ। ਤੇ ਇੱਥੇ ਤੱਕ ਨਹੀਂ ਰਿਹਾ, ਜਦੋਂ ਦੁਨੀਆ ਦੇ ਦੇਵੀ ਦੇਵਤਿਆਂ ਪੀਰ ਪੈਗੰਬਰਾਂ ਨੂੰ ਲੱਗਾ ਵੀ ਹੁਣ ਇਹ ਤੋਂ ਅੱਗੇ ਕੁਝ ਨਹੀਂ ਹੋ ਸਕਦਾ, ਵੀ ਇੱਕ ਗੁਰੂ ਨੇ ਆਪਣਾ ਪੁੱਤਰ ਤੋੜ ਦਿੱਤਾ ਹੈ, ਗੁਰੂ ਸਾਹਿਬ ਨੇ ਦੂਜਾ ਵੀ ਤੋੜ ਦਿੱਤਾ, ਉਹਨੂੰ ਵੀ ਤਿਆਰ ਬਰ ਤਿਆਰ ਕਰਕੇ ਉਹਨੇ ਆਗਿਆ ਮੰਗੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜਾ ਸੋਹਣਾ ਸਜਾ ਕੇ ਇਸੇ ਰੂਪ 'ਚ, ਜਿਹ 'ਚ ਮੈਂ ਤੁਹਾਨੂੰ ਕਹਿਣਾ ਵੀ ਆਪਾਂ ਆ ਜਾਈਏ, ਇਸੇ ਬਾਣੇ ਦੇ ਵਿੱਚ ਸਜਾ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਭੇਜਿਆ। ਬਾਬਾ ਜੁਝਾਰ ਸਿੰਘ ਨੇ ਵੀ ਸ਼ਹਾਦਤ ਪ੍ਰਾਪਤ ਕੀਤੀ। ਸੋ ਜੇ ਤੇ ਉਹਨਾਂ ਦੇ ਭਰਾ ਬਣਨਾ ਤੇ ਫਿਰ ਤੇ ਅਰਦਾਸ ਇਹੋ ਹੀ ਕਰੀਏ ਵੀ ਕਲਗੀਆਂ ਵਾਲਿਆ, ਦੁੱਧ ਪੁੱਤ ਦੀਆਂ ਦਾਤਾਂ ਤੂੰ ਬਹੁਤ ਦਿੱਤੀਆਂ ਨੇ, ਕੋਠੀਆਂ ਕਾਰਾਂ ਘਰ ਬਾਹਰ ਤੂੰ ਸਾਰਾ ਕੁਝ ਦਿੱਤਾ, ਕੋਈ ਚੀਜ਼ ਦੀ ਕਮੀ ਨਹੀਂ ਸਿੱਖਾਂ ਦੇ ਕੋਲ। ਅੱਜ ਇੱਕ ਦਾਤ ਸਾਨੂੰ ਬਖਸ਼ ਵੀ ਜਿੱਦਣ ਮੈਦਾਨ ਭਖ ਜਾਵੇ, ਜਿੱਦਣ ਕੋਈ ਸਾਨੂੰ ਵੰਗਾਰੇ ਬੂਹੇ ਤੇ ਖੜ ਕੇ ਜੰਗ ਦੇ ਮੈਦਾਨ 'ਚ, ਤੇ ਤੂੰ ਇਹ ਸਾਨੂੰ ਬਖਸ਼ ਵੀ ਅਸੀਂ ਉਸ ਦਿਨ ਪਿੱਛੇ ਨਾ ਹਟੀਏ, ਅਸੀਂ ਡਾਰਾ ਬੰਨ ਕੇ ਅੱਗੇ ਨੂੰ ਭੱਜੀਏ। ਜਿਵੇਂ ਸਿੱਖ, ਜਿਵੇਂ ਪਰਵਾਨੇ ਸ਼ਮਾ ਜਗਦੀ ਹੋਵੇ ਨਾ, ਤੇ ਪਰਵਾਨੇ ਉੱਠ ਕੇ ਮੱਚਦੇ ਨੇ, ਅੱਗ ਨਾਲ ਸੜ ਜਾਂਦੇ ਨੇ, ਤੇ ਬਹੁਤੇ ਬੰਦਿਆਂ ਦੁਨਿਆਵੀ ਨੂੰ ਲੱਗਦਾ ਵੀ ਕਿੱਡੇ ਬੇਵਕੂਫ ਨੇ ਭਾਈ, ਵੀ ਜੀਵਨ ਚੰਗਾ ਭਲਾ ਤੇ ਇਹ ਅੱਗ ਲੱਗੀ ਹੈ ਤੇ ਇਹ ਵਿੱਚ ਜ਼ਿਆਦਾ ਕੇ ਫੂਕਣ ਡਿਆ ਆਪਣੇ ਆਪ ਨੂੰ। ਇਹ ਪਰਵਾਨੇ ਤੇ ਧਰਮੀ ਬੰਦਿਆਂ ਦੀ ਇਹ ਫਿਜ਼ਾ ਹੈ, ਉਹ ਆਪ ਹੀ ਸਮਝ ਸਕਦੇ ਆ। ਇਹ ਅਕਾਲ ਪੁਰਖ ਦੇ ਅਸੀਂ ਪੁਜਾਰੀ ਆ, ਉਹਦੇ ਸੇਵਕ ਆ, ਉਹਦੇ ਦਰ ਦੇ ਦਾਸ ਆ। ਇੱਕੋ ਹੀ ਅਰਦਾਸ ਭੈਣੋ ਤੁਸੀਂ ਵੀ ਕਰਨੀ ਹੈ ਵੀ ਸਾਡਾ ਪੁੱਤਰ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਿਸ਼ ਕਰੋ, ਇਹਨੂੰ ਸ਼ਹਾਦਤ ਦੀ ਦਾਤ ਬਖਸ਼ੋ। ਇਸ ਤੋਂ ਵੱਡੀ ਦਾਤ ਕੋਈ ਨਹੀਂ ਸੰਸਾਰ 'ਚ। ਸੋ ਇੰਨੀਆਂ ਕਿ ਮੈਂ ਬੇਨਤੀਆਂ ਕਰਨੀਆਂ ਸਨ। ਕੱਲ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ। ਜਿਹੜੇ ਵੀ ਸਿੱਖਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਜਿਹੜੇ ਗੁਰੂ ਕੇ ਸਿੱਖ ਨਹੀਂ ਬਣੇ, ਜਿਹੜੇ ਸਿੰਘ ਨਹੀਂ ਸਜੇ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਆਪਾਂ ਇਹ ਜਨਮ ਬਿਰਥਾ ਨਾ ਗਵਾਈਏ। ਇਸ ਜਨਮ ਦੇ ਵਿੱਚ ਗੁਰੂ ਦੇ ਲੇਖੇ ਇਸ ਜਨਮ ਨੂੰ ਲਾ ਦਈਏ। ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਰਹਿਮਤ ਕਰਨ। ਜਿਹੜੀ ਗੁਲਾਮੀ ਸਾਡੇ ਗਲਾਣ ਪਈ ਹੈ ਉਹ ਦੂਰ ਹੋਵੇ। ਇੰਨੀਆਂ ਕੁ ਬੇਨਤੀਆਂ ਨਾਲ ਖਿਮਤ ਦਾ ਜਾ ਚੁੱਕਿਆ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਜਿਹੜੇ ਉੱਠਣ ਡਏ ਨੇ, ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਹਾਡੀਆਂ ਮੱਝਾਂ ਖੁੱਲ ਕੇ ਦੌੜ ਗਈਆਂ ਨੇ?
मैं ये अद्धा घंटा ਜਿਹੜੇ ਕੁੱਕਰ ਵਾਂਗੂ ਕੁੱਤੇ ਵਾਂਗੂ ਭੌਂਕਿਆ ਇਸ ਗੱਲ ਤੇ ਭੌਂਕਿਆ ਵੀ ਸਤਿਗੁਰੂ ਦਾ ਸਤਿਕਾਰ ਕਰਨਾ। ਤੇ ਜੇ ਤੁਸੀਂ ਇਹੋ ਹੀ ਕੰਮ ਕਰਨੇ ਨੇ ਤੇ ਫਿਰ ਨਾਲੇ ਵੀ ਕਹੀ ਜਾਣਾ ਵੀ ਸਾਡਾ ਪੁੱਤ ਜੀ ਨਸ਼ੇ ਤੋਂ ਨਹੀਂ ਹਟਦਾ। ਹਟਣਾ ਕਿਵੇਂ ਹੈ? ਇਹਦੀ ਸਤਿਗੁਰ ਦੀ ਹਜ਼ੂਰੀ 'ਚ ਤੁਸੀਂ ਬੈਠਣ ਨੂੰ ਤਿਆਰ ਨਹੀਂ। ਜਿਹਨੇ ਨਸ਼ੇ ਤੋਂ ਹਟਾਉਣਾ ਉਹਦੇ ਅੱਗੇ ਤੁਸੀਂ ਫਰਿਆਦ ਕਰਨ ਨੂੰ ਤਿਆਰ ਨਹੀਂ। ਕਿੰਨਾ ਕੁ ਸਮਾਂ ਲੱਗੂਗਾ? 5 ਘੰਟੇ ਤੁਸੀਂ ਬੈਠੇ ਜੋ। ਜੇ ਕਿਸੇ ਦੇ ਗੋਡੇ ਗਾਡੇ ਰੁਕ ਜਾਣਗੇ ਤੇ ਇੱਥੇ ਮੈਂ ਬੇਨਤੀ ਕਰ ਦੂੰ ਮਾਲਸ਼ ਕਰ ਦੇਣਗੇ ਹੈ, ਇੱਥੇ 2 ਸਿੰਘ ਲਾ ਦੇਾਂਗੇ। ਪਰ ਇਹ ਬੇਨਤੀ ਕਬੂਲੋ, ਜਿੰਨਾ ਚਿਰ ਮਹਾਰਾਜ ਇੱਥੇ ਬਿਰਾਜਮਾਨ ਨੇ, ਇਹ ਮਾਲਕ ਨੇ ਦੀਨ ਦੁਨੀਆ ਦੇ, ਤੇ ਦੀਨ ਦੁਨੀਆ ਦੇ ਮਾਲਕ ਮੌਜੂਦ ਹੋਣ ਤੇ ਸਾਡੇ ਵਰਗੇ ਦੁਨਿਆਵੀ ਬੰਦੇ ਛੱਡ ਕੇ ਬੰਡਾਲ ਤੁਰ ਪੈਣੇ ਚੰਗੀ ਗੱਲ ਹੈ। ਤੇ ਜਿੱਥੇ ਹੈਗੇ ਉੱਥੇ ਬਹਿ ਜਾਓ, ਕੋਈ ਆਖਰ ਨਹੀਂ ਆ ਚੱਲੇ, ਕੋਈ ਬੰਬ ਨਹੀਂ ਡੇਪਣ ਲੱਗਾ, ਘਰ ਤੁਹਾਡੇ ਉੱਥੇ ਰਹਿਣਾ ਜਿੱਥੇ ਬਣੇ ਆ, ਕਿਤੇ ਨਹੀਂ ਭੱਜਣਾ, ਟਾਇਰ ਨਹੀਂ ਲੱਗੇ ਉਹਨਾਂ ਨੂੰ। ਸੋ ਬਹਿ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।